ਸੋ ਪੌੜੀ ਨੰਬਰ 6 ਔਰ 7 ਵਿੱਚ ਪਹਿਲੇ ਸਨਾਤਨ ਧਰਮ ਦੀਆਂ ਜਿਹੜੀਆਂ ਸਤੰਭ ਜਿਹੜੇ ਹਨ, ਜਿਹੜੀਆਂ ਉਹ ਹੈ ਤੀਰਥਾਂ ਤੇ ਜਾਣਾ ਤੇ ਤੀਰਥਾਂ ਦੀ ਇੰਪੋਰਟੈਂਸ, ਤੇ ਜੋਗੀਆਂ ਦੇ ਧਰਮ ਦੀ ਇੰਪੋਰਟੈਂਸ ਅਗਲੇ ਵਿੱਚ ਆਏਗੀ। ਤੇ ਤੀਰਥਾਂ ਤੇ ਜਾਣਾ ਮਨਾ ਹੀ ਨਹੀਂ ਹੈ ਗੁਰਮਤ ਵਿੱਚ। ਇਹ ਨਹੀਂ ਹੈ ਕਿ ਤੀਰਥਾਂ ਤੇ ਨਹੀਂ ਜਾਣਾ, ਇਹ ਨਹੀਂ ਹੈ ਕਿ ਦਰਬਾਰ ਸਾਹਿਬ ਦਰਸ਼ਨ ਕਰਨ ਨਹੀਂ ਜਾਣੇ ਹਰ ਸਾਲ, ਇਹਦੇ ਉੱਤੇ ਮਨਾਹੀ ਨਹੀਂ ਹੈ। ਇਹਨੂੰ ਇਨਕਰੇਜ ਕੀਤਾ ਗਿਆ, ਡਿਸਕਰੇਜ ਨਹੀਂ ਕੀਤਾ ਗਿਆ। ਡਿਸਕਰੇਜ ਇਸ ਗੱਲ ਨੂੰ ਕੀਤਾ ਗਿਆ ਕਿ ਤੀਰਥਾਂ ਤੇ ਜਾਣ ਨਾਲ ਹੀ ਸਾਰਾ ਕੰਮ ਹੋ ਜਾਏਗਾ, ਇਸ ਗੱਲ ਦੀ ਡਿਸਕਰੇਜਮੈਂਟ ਹੈ। ਤਾਂ ਉਹ ਇਨ ਐਂਡ ਇਟਸੈਲਫ ਨਹੀਂ ਹੈ, that's the issue we are facing here. So ਇੱਥੇ ਵਰਡ ਆਏ ਹਨ ਤੀਰਥ ਨਾਵਾਂ ਜੇ ਤਿਸ ਪਾਵਾਂ, ਜੇ ਤੈਨੂੰ ਚੰਗਾ ਲੱਗਦਾ ਤੇ ਮੈਂ ਤੀਰਥਾਂ ਤੇ ਵੀ ਜਾਵਾਂਗਾ, ਤੇਰੀ ਪਸੰਦ ਦੇ ਹਿਸਾਬ ਨਾਲ ਸਾਰਾ ਕੁਝ ਹੈ। ਸੋ ਤੀਰਥਾਂ ਤੇ ਜਾਣ ਤੇ ਮਨਾਹੀ ਨਹੀਂ ਹੈ ਗੁਰਮਤ ਵਿੱਚ। ਸੋ ਇਹਦੀ ਗਲਤ ਮੀਨਿੰਗ ਨਹੀਂ ਲੈਣੇ ਇਸ ਪੌੜੀ ਦੇ। ਇਸ ਪੌੜੀ ਦੇ ਅਸਲੀ ਮੀਨਿੰਗ ਇਹ ਹੈ ਕਿ ਤੀਰਥਾਂ ਤੇ ਜਾਣ ਦਾ ਫਾਇਦਾ ਤਾਂ ਹੈ ਜੇ ਉਸ ਕ੍ਰੀਏਟਰ ਨਾਲ ਤੁਹਾਡੀ ਰਿਲੇਸ਼ਨਸ਼ਿਪ ਬਣੇ ਜਾਂ ਬਣ ਆਵੇ ਜਾਂ ਉਹਦੇ ਨਾਲ ਪਿਆਰ ਹੋਵੇ ਤੁਹਾਡਾ, ਤਾਂ ਤੀਰਥਾਂ ਤੇ ਜਾਣ ਦਾ ਫਾਇਦਾ ਹੈ। ਨਹੀਂ ਜੇ ਨਹੀਂ ਤੇ ਫਿਰ ਜੇ ਸਾਰਾ ਕੁਝ ਵੀ ਮਿਲ ਜਾਏ ਤਾਂ ਕੋਈ ਫਾਇਦਾ ਨਹੀਂ ਉਸ ਗੱਲ। ਜੇ ਉਹ ਨਹੀਂ ਮਿਲਿਆ ਤੇ ਕਿਸੇ ਚੀਜ਼ ਦੇ ਮਿਲਣ ਦਾ ਹੋਰ ਕੋਈ ਇੰਪੋਰਟੈਂਸ ਨਹੀਂ ਰਹਿੰਦੀ ਉਸ ਗੱਲ ਦੀ। ਤੇ ਪੌੜੀ ਨੰਬਰ 6 ਦੇ ਇਸ ਪਾਵਨ ਉਪਦੇਸ਼ ਤੋਂ ਬਾਅਦ ਪੌੜੀ ਨੰਬਰ 7 ਵਿੱਚ ਕੰਟੀਨਿਊਏਸ਼ਨ ਹੈ ਇਸ ਥਾਟ ਪ੍ਰੋਸੈਸ ਦੀ ਕਿ ਜੋਗੀਆਂ ਦੀ ਤਰ੍ਹਾਂ ਜਿਸ ਤਰ੍ਹਾਂ ਤੀਰਥਾਂ ਤੇ ਜਾਣ ਦੀ ਅਸਫਲਤਾ ਹੈ, ਉਸੇ ਤਰ੍ਹਾਂ ਯੋਗੀਆਂ ਦੀ ਤਰ੍ਹਾਂ ਆਪਣੀ ਉਮਰ ਵਧਾਉਣ ਵਾਲੇ ਕੋਈ ਫਰਕ ਨਹੀਂ ਪੈਂਦਾ। ਜੇ ਸਾਹ ਰੋਕ ਕੇ ਆਪਣੀ ਉਮਰ 100 ਸਾਲ 200 ਸਾਲ 300 ਸਾਲ ਵਧਾ ਲਿੱਤੀ ਜਾਏ, ਜਾਂ ਇਹੋ ਜਿਹੇ ਕਰਮ ਕਰਕੇ ਆਪਣੇ ਸਰੀਰ ਦੀ ਸਵਾਸਾਂ ਨੂੰ ਰੋਕ ਕੇ, ਉਹਨਾਂ ਦਿਨਾਂ ਵਿੱਚ ਇਹ ਬੜਾ ਕਾਮਨ ਸੀ। ਹੁਣ ਵੀ ਹਨ ਜਿਹੜੇ ਕਈ ਸਾਧੂ ਜਿਹੜੇ ਮਿਲਦੇ ਹਨ ਜਿਹੜੇ ਹਿਮਾਲਏ ਵਿੱਚ, ਜਿਨ੍ਹਾਂ ਦੀ ਉਮਰ ਬਹੁਤ ਜ਼ਿਆਦਾ ਹੈ ਆਮ ਬੰਦਿਆਂ ਨਾਲੋਂ, ਜਿਹੜੇ ਉਹ ਯੋਗ ਸਾਧਨਾ ਦੇ ਨਾਲ ਆਪਣੀ ਉਮਰ ਜਿਹੜੀ ਵਧਾ ਲੈਂਦੇ ਹਨ। ਮਹਾਰਾਜ ਇੱਥੇ ਐਗਜ਼ਾਮਪਲ ਦਿੰਦੇ ਹਨ ਕਿ ਜੇ ਜੁਗ ਚਾਰੇ ਆਰ ਜਾਓ, ਜੇ ਤੇਰੀ ਉਮਰ ਲੰਬੀ ਵੀ ਹੋ ਜਾਏ, ਜੇ ਤੇਰੀ ਉਮਰ ਲੰਬੀ ਤੋਂ ਲੰਬੀ ਵੀ ਹੋ ਜਾਏ, ਤਾਂ ਵੀ ਜੇ ਉਸ ਨਾਲ ਪਿਆਰ ਨਹੀਂ ਹੈ, ਜੇ ਉਸ ਕ੍ਰੀਏਟਰ ਨਾਲ ਰਿਲੇਸ਼ਨਸ਼ਿਪ ਐਸਟੈਬਲਿਸ਼ ਨਹੀਂ ਹੋਈ, ਤੇ ਇਹਨਾਂ ਚੀਜ਼ਾਂ ਦੇ ਉੱਤੇ ਗੁਰਮਤ ਦੀ ਕੋਈ ਬਹੁਤ ਜ਼ਿਆਦਾ ਇੰਪੋਰਟੈਂਸ ਇਹਨਾਂ ਗੱਲਾਂ ਨੂੰ ਦਿੱਤੀ ਨਹੀਂ ਗਈ ਹੈ। ਸੋ ਪੌੜੀ ਨੰਬਰ 6 ਵਿੱਚ ਪਹਿਲੇ ਸਨਾਤਨੀ ਧਰਮ ਨੂੰ ਵਿੱਚ ਫੋਕਸ ਹੈ ਆਪਣੀ ਉਮਰ ਨੂੰ ਵਧਾਉਣ ਦਾ, ਆਪਣੀ ਉਮਰ ਨੂੰ ਉੱਚਾ ਕਰਨ ਦਾ। ਇਹਨਾਂ ਜਿਹੜੇ ਹਨ ਜਿਹੜੇ ਨਿਉਲੀ ਕਰਮ ਕਰਕੇ ਜਿਹੜੇ ਕਰਦੇ ਹਨ, ਜਿਹੜੇ ਯੋਗੀ ਜਿਹੜੇ ਕਰਦੇ ਹਨ, ਉਹਨਾਂ ਤੇ ਬੇਸ ਕਰਕੇ ਪੌੜੀ ਨੰਬਰ 6 ਔਰ 7 ਦਾ ਉਪਦੇਸ਼ ਇਹਨਾਂ ਦੋਨਾਂ ਚ। ਹਾਂਜੀ, ਤੇ ਅਗਲੀਆਂ ਜਿਹੜੀਆਂ ਪੌੜੀਆਂ ਜਿਹੜੀਆਂ ਹਨ 8 ਔਨਵਰਡ ਜਿਹੜੀਆਂ ਹਨ ਪੌੜੀਆਂ, ਉਹ ਸੁਣਿਆ ਤੇ ਮੰਨਿਆ ਦੇ ਉੱਤੇ ਫੋਕਸ ਹੈ। ਮੈਂ ਇਹਦੇ ਤੇ ਬੜਾ ਟਾਈਮ ਸਪੈਂਡ ਕੀਤਾ ਸੀ ਪਹਿਲੇ। I just want to see if anybody here who's listening to me on Zoom though, or people sitting at KSKCF can give me a clear-cut example of what Suniya and Maniya means, and where does the distinctive points kede hain Suniya te Maniya de? How is Maniya di avastha different than Suniya di avastha nalu? Remember, Suniya di avastha vich ऑलरेडी बड़ी ऊंचाई है, क्योंकि सुनिया दुख पाप का नाश है ऑलरेडी। सो स्ट्रेस ਜਿਹੜੀ ਹੈ ਸੁਣਿਆ ਵਿੱਚ ਵੀ ਨਹੀਂ ਹੈ, ਦੁੱਖ ਪਾਪ का नाश ਉੱਥੇ ਵੀ ਹੈ, लेकिन मने ਦੀ अवस्था ऊपर है। So if somebody can help me out and see if any who understood how much from the last time ਜਿਹਦੀ talk ਜਿਹੜੀ ਹੋਈ ਸੀ, ਜਦੋਂ ਅੱਜ ਤੋਂ 4-5 ਮਹੀਨੇ ਪਹਿਲੇ 6 ਮਹੀਨੇ ਪਹਿਲੇ ਜਾਂ ਸਾਲ ਪਹਿਲੇ, whenever I did this part, can somebody throw some light on it though for me though, and explain me very clearly and distinctly this is the age or this is the stage of Sunya and this is the stage of Manne. I'll see who remembers anything, if anybody is brave enough to volunteer, either at the KCF classroom or people listening on the Zoom, whichever one. I'll give 10-20 seconds. I can try. Yeah, I can try. Simar, ਤੁਹਾਡਾ ਬੱਚੇ camera on ਨਹੀਂ, I can't see anybody there. If you're listening to me, please, ਤੁਹਾਡਾ camera ਨਹੀਂ on. ਹਾਂਜੀ, ਅਨੀਸ਼ਾ ਜੀ, please try. I will try. ਵੀਰ ਜੀ, ਸੁਨਿਆ ਦੇ ਪੌੜੀ ਵਿੱਚ I think ਉਹ ਜੇ 4 ਜਿਹੜੀਆਂ ਪੌੜੀਆਂ ਨੇ ਉਹਦੇ ਵਿੱਚ it's the early stages where you start to understand and see naam in everything. You start to see ਕਿ ਧਰਮ ਕੀ something is moving because of him. ਤੁਹਾਡੇ
ਅੰਡਰਸਟੈਂਡਿੰਗ ਔਰ ਕੰਪਰੀਹੈਂਸ਼ਨ ਹੋ ਜਾਂਦੀ ਹੈ। ਮੰਨੀਏ ਵਿੱਚ ਆਈ ਥਿੰਕ ਤੁਸੀਂ ਸਹਿਜ ਚ ਚਲੇ ਜਾਂਦੇ ਹੋ, ਤੁਹਾਡੀ ਉਹ ਹਰ ਸੈੱਲ ਵਿੱਚ ਚਲਾ ਜਾਂਦਾ ਹੈ। ਸੋ ਦੈਨ ਯੂ ਡੋਂਟ ਹੈਵ ਟੂ ਥਿੰਕ ਅਬਾਊਟ ਇਟ ਐਨੀਮੋਰ, ਇਟ ਜਸਟ ਹੈਪਨਸ। ਸੁਣਨ ਦੀ ਅਵਸਥਾ ਨੂੰ ਹੋਰ ਡੀਪਲੀ ਡਿਸਕ੍ਰਾਈਬ ਕਰੋ, ਹੋਰ ਇਨ ਡੈਪਥ ਜਾ ਕੇ। तो स्टेजेस की ਹਨ ਸੁਣਨ ਦੀ ਅਵਸਥਾ ਦੀਆਂ ਸਟੇजेस ਕਿਹੜੀਆਂ ਹਨ? what has to happen in order for ਦੁੱਖ ਪਾਪ का नाश ਹੋਣ ਵਾਸਤੇ? what has to happen though? I think ਵੀਰ ਜੀ ਪਹਿਲੇ ਤਾਂ ਤੁਸੀਂ ਹੁਕਮ ਨੂੰ ਸਮਝਣਾ ਪਏਗਾ, ਫਿਰ ਹੁਕਮ ਨੂੰ ਸਮਝ ਕੇ ਸਭ ਪਹਿਲੀ ਸਟੇਜ ਹੈ ਕਿ ਗੁਰੂ ਦੇ ਉਪਦੇਸ਼ ਨੂੰ ਸੁਣਨਾ ਹੈ ਤੁਸੀਂ। ਹਾਂਜੀ ਜੀ, what has been told to you, you will listen very carefully as and a then from you a will listener. start living it. ਫਿਰ ਤੁਸੀਂ and then you start to understand life it first, then you start to comprehend it and understand it. So without understanding this does not happen. Okay ji, so ithe vichar bada important hai. So first stage is to listen carefully what's going on and what the updesh is. Second stage is to comprehend what's being told to you. The third stage is obviously is to accept it, and accept it in your daily living, which accept kare banda ਉਹਨੂੰ comprehend ਕਰਕੇ ਆਪਣੀ daily living ਵਿੱਚ accept ਕਰੇ। ਤੇ ਜੇ ਕਰੇਗਾ ਔਰ ਬਾਰ-ਬਾਰ ਕਰੇਗਾ ਅਗਰ, ਤੇ ਫਿਰ ਇਸ ਸਟੇਜ ਵਿੱਚ ਪਹੁੰਚ ਜਾਏਗਾ ਕਿ ਉਹਨੂੰ ਉਹਦਾ ਦੁੱਖ ਪਾਪ ਦਾ ਨਾਸ਼ ਸ਼ੁਰੂ ਹੋ ਜਾਏਗਾ। Can anybody else take a shot at it though and tell me कि दुख पाप का नाश क्यों हो जाएगा सुनना? क्यों राहत मिलती है उस बंदे ਨੂੰ ਦੁੱਖ ਘੱਟ ਕਿਉਂ ਸਤਾਉਂਦੇ ਨੇ ਜਿਹੜਾ ਇਸ ਅਵਸਥਾ ਚ ਪਹੁੰਚਦਾ ਜਿਹੜਾ? Can somebody take a shot at that question though? Anybody from the KCF class or from the people listening though? कि what suddenly happens though to that person? क्यों ਉਹਦਾ ਦੁੱਖ ਪਾਪ का नाश हो ਜਾਂਦਾ? ਦੋ ਚੀਜ਼ਾਂ ਆਈਆਂ ਹਨ, ਦੁੱਖ ਤੇ ਪਾਪ। ਹਾਂਜੀ, ਯਾਦ ਰੱਖਣਾ, ਦੋਨਾਂ ਤੇ ਫੋਕਸ ਕਰਨਾ ਹੈ ਤੁਸੀਂ। ਦੁੱਖ ਦਾ ਮਤਲਬ ਹੈ something that is happening to you which you do not like, which you feel is negative, that's happening to you, which can be somebody falling sick, a death in the family, or something not going right in your business, something your children might going through some issues with their marriage or with their school or whatever, anything that's going on which you feel is negativity add karda paya ਤੁਹਾਡੀ ਲਾਈਫ ਵਿੱਚ, ਤੁਹਾਨੂੰ ਤਕਲੀਫ ਹੋ ਰਹੀ ਹੈ, ਉਹ ਦੁੱਖ ਹੈ। ਤੇ ਪਾਪ ਹੈ ਜਦੋਂ ਤੁਹਾਡੇ ਮਨ ਵਿੱਚ ਕਿਸੇ ਨੂੰ ਹਰਟ ਕਰਨ ਦਾ ਜਾਂ ਕੋਈ ਇਹੋ ਜਿਹੀ ਕੋਈ ਫੀਲਿੰਗ ਅੰਦਰ ਆਵੇ ਜਿਹਦੇ ਨਾਲ ਕਿ ਦੂਸਰੇ ਨੂੰ ਕੋਈ ਨੁਕਸਾਨ ਪਹੁੰਚੇ, ਜਾਂ ਤੁਹਾਡੇ ਵਿੱਚੋਂ ਫੋਰ ਐਗਜ਼ਾਮਪਲ ਕਿਸੇ ਨੂੰ ਮਾਰਨ ਦਾ ਖਿਆਲ, ਕਿਸੇ ਨੂੰ ਦੁੱਖ ਪਹੁੰਚਾਉਣ ਦਾ ਖਿਆਲ, ਕਿਸੇ ਨੂੰ ਜਲਸੀ ਹੋ ਕੇ ਕਿਸੇ ਨੂੰ ਦੁੱਖ ਪਹੁੰਚਾਉਣ ਦਾ ਖਿਆਲ, ਕਿਸੇ ਨਾਲ ਝੂਠ ਬੋਲ ਕੇ ਆਪਣਾ ਕੰਮ ਸਵਾਰਨ ਦਾ ਖਿਆਲ। ਸੋ ਕੋਈ ਪਾਪ ਮਤਲਬ ਕੋਈ ਨੈਗੇਟਿਵ ਕੰਮ ਕਰਨ ਜਾਣਾ ਜਿਹੜੇ ਗੁਰਮਤਿ ਚ ਅਲਾਉਡ ਨਹੀਂ ਹੈ। ਦੋ ਚੀਜ਼ਾਂ ਦਾ ਜ਼ਿਕਰ ਆਇਆ, ਇੱਕ ਦੁੱਖ ਤੇ ਇੱਕ ਪਾਪ। ਤੇ ਕਿਉਂ ਸੁਣਨ ਦੀ ਅਵਸਥਾ ਵਿੱਚ ਇਹ ਦੋਨੋਂ ਚੀਜ਼ਾਂ ਜਿਹੜੀਆਂ ਹਨ ਐਲੀਮੀਨੇਟ ਹੋ ਜਾਂਦੀਆਂ ਆਫਟਰ ਅ ਵਾਈਲ, ਔਰ ਘਟਣੀਆਂ ਸ਼ੁਰੂ ਹੋ ਜਾਂਦੀਆਂ ਰਾਈਟ ਅਵੇ। Anji, anybody, please, if you want to say something, ji, you unmute yourself and fateh bulao or apna khayal manu deo. So, Anji. What? I didn't know you were outside waiting for. Somebody was talking, they aren't listening. So, Anji. Nobody wants to take a chance. No, not even from the KCF class. Inisha ji, ਤੁਸੀਂ ਕਰੋਗੇ ਫਿਰ? ਤੁਸੀਂ I can take an attempt, ਵੀਰ ਜੀ। ਦੁੱਖ ਇਸ ਵਾਸਤੇ ਖਤਮ ਹੋ ਜਾਂਦੇ ਨੇ ਕਿਉਂਕਿ ਜਿਹੜਾ ਕੁਝ ਹੁੰਦਾ, once you accept ਕਿ ਜੋ ਹੋ ਰਿਹਾ ਉਹਦੇ ਹੁਕਮ ਨਾਲ ਹੋ ਰਿਹਾ ਤੇ ਤੁਹਾਡੀ ਮਰਜ਼ੀ ਉਹਦੇ ਵਿੱਚ ਹੈ ਹੀ ਨਹੀਂ, ਸੋ ਦੁੱਖ ਕਿਸ ਚੀਜ਼ ਦਾ ਹੈਗਾ? ਉਹ ਹੋ ਰਿਹਾ, ਉਹਦਾ ਹੁਕਮ ਹੈਗਾ। ਤੇ ਪਾਪ ਇਸ ਵਾਸਤੇ ਅਗਰ ਤੁਸੀਂ ਉਹਦੇ ਹੁਕਮ ਚ ਫੋਲੋ ਕਰੋਗੇ ਤਾਂ ਤੁਸੀਂ ਪਾਪ ਕਰ ਹੀ ਨਹੀਂ ਸਕਦੇ। ਐਂਡ ਤੁਸੀਂ ਜਦੋਂ ਤੁਸੀਂ ਗੁਰੂ ਦੀ ਜਦੋਂ ਫਿਲਟਰ ਲਗਾਓਗੇ ਉਸਦਾ ਆਪਣੇ ਥਾਟ ਪ੍ਰੋਸੈਸ ਦੇ ਉੱਤੇ ਗੁਰੂ ਦਾ ਫਿਲਟਰ ਜਦੋਂ ਲੱਗੇਗਾ ਤੇ ਤੁਹਾਡੀ ਥਾਟ ਫਿਲਟਰ ਹੋ ਕੇ ਬਾਹਰ ਨਿਕਲੇਗੀ। ਜਦੋਂ ਫਿਲਟਰ ਹੋ ਕੇ ਬਾਹਰ ਨਿਕਲੇ, ਜਿੰਨੀ ਮਰਜ਼ੀ ਗੰਦੀ ਥਾਟ ਹੋਵੇ, ਪਰ ਗੁਰੂ ਦੇ ਸ਼ਬਦ ਦੇ ਨਾਲ ਉਹ ਥਾਟ ਫਿਲਟਰ ਹੋ ਜਾਂਦੀ ਹੈ। ਜਦੋਂ ਫਿਲਟਰ ਹੋ ਕੇ ਨਿਕਲਦੀ ਹੈ ਤੇ ਫਿਰ ਉਹਦੇ ਵਿੱਚ ਜਿਵੇਂ ਗੰਦੇ ਤੋਂ ਗੰਦਾ ਪਾਣੀ ਹੋਵੇ ਤੇ ਉਹ ਫਿਲਟਰੇਸ਼ਨ ਸਿਸਟਮ ਦੇ ਥਰੂ ਉਹ ਪਾਣੀ ਬਿਲਕੁਲ ਜਿਹੜਾ ਹੈ ਉਹ ਬਿਲਕੁਲ clean water ਨਿਕਲ ਜਾਂਦਾ ਬਾਹਰ ਜਾ ਕੇ। I don't know, many of you don't understand though that many
places in the world ਜਿਹੜੇ sewage water ਜਿਹੜਾ sewage ਦਾ ਪਾਣੀ ਹੈ ਜਿਹੜਾ ਉਸ ਨੂੰ clean ਕਰਕੇ drinking water ਬਣਾਇਆ ਜਾ ਸਕਦਾ ਉਸ ਨੂੰ it goes through a chemical process by which you do that ਉਸੇ ਤਰ੍ਹਾਂ mind ਵੀ similar ਹੈ mind ਜਿੰਨਾ ਮਰਜ਼ੀ dirty ਹੋਵੇ ਨਾਮ ਦਾ ਰੰਗ ਬੜਾ ਪਾਵਰਫੁਲ ਹੈ ਪ੍ਰਮਾਤਮਾ ਦੇ ਨਾਮ ਦਾ ਰੰਗ ਬਹੁਤ ਪਾਵਰਫੁਲ ਹੈ ਜਦੋਂ ਲੱਗਦਾ ਰੰਗ ਉਸ ਨੂੰ ਜਦੋਂ ਉਹਦਾ ਪਿਆਰ ਉਹਦੇ ਵਿੱਚ ਮਿਲ ਜਾਂਦਾ ਹੈ ਜਦੋਂ ਬਾਣੀ ਦਾ ਪਿਆਰ ਮਿਲ ਜਾਂਦਾ ਹੈ ਤੇ ਉਹ ਥਾਟ ਪ੍ਰੋਸੈਸ ਵਿੱਚ ਪਿਓਰਿਟੀ ਆ ਜਾਂਦੀ ਹੈ ਤੇ ਉਸ ਪਿਓਰਿਟੀ ਆਉਣ ਦੀ ਵਜ੍ਹਾ ਦੇ ਨਾਲ ਦੁੱਖ ਪਾਪ ਦਾ ਨਾਸ ਹੋ ਜਾਂਦਾ ਹੈ ਸੁਣਿਆ ਦੀ ਅਵਸਥਾ ਵਿੱਚ ਨਾ ਹੁਣ ਅਗਲੀ ਜਿਹੜੀ ਅਵਸਥਾ ਜਿਹੜੀ ਮੰਨਣ ਦੀ ਐਜ਼ ਅਨੀਸ਼ਾ ਜੀ ਪੁਆਇੰਟਡ ਆਊਟ ਕਰੈਕਟਲੀ ਅਰਲੀਅਰ ਕਿ ਉਹ ਜਿਹੜੀ ਮੰਨਿਆ ਹੋਇਆ ਜਿਹੜਾ ਕੰਪਰੀਹੈਂਡ ਆਲਰੇਡੀ ਕੀਤੀ ਹੋਈ ਥਾਟ ਪ੍ਰੋਸੈਸ ਹੈ ਉਹ ਥਾਟ ਪ੍ਰੋਸੈਸ ਤੁਹਾਡੇ ਅੰਦਰ ਨੈਚੁਰਲ ਵੇ ਨਾਲ ਵਸ ਜਾਂਦੀ ਹੈ ਅੰਦਰ ਬਗੈਰ ਕਿਸੇ ਦੇ ਸੋਚੇ ਹੋਏ ਤੇ ਬਗੈਰ ਕਿਸੇ ਦੀ ਮਿਹਨਤ ਕੀਤੇ ਹੋਏ ਸੋ ਫॉर ਐਗਜ਼ਾਮਪਲ ਇੱਕ ਬੰਦਾ ਕਾਰ ਚਲਾਣੀ ਸਿੱਖਦਾ ਹੈ ਪਹਿਲੇ ਜਦੋਂ ਚਲਾਣਾ ਸਿੱਖਦਾ ਹੈ ਪਹਿਲੇ ਉਹ training ਲੈਂਦਾ ਹੈ ਲੋਕਾਂ ਕੋਲੋਂ and everything somebody sits with him somebody goes around in the block ਹਰ ਚੀਜ਼ ਬਾਰੇ ਸੋਚਣਾ ਪੈਂਦਾ ਉਸ ਨੂੰ ਕਿਹੜੀ ਗੇਅਰ ਲਗਾਣੀ ਹੈ ਕਦੋਂ ਸਟਾਰਟ ਕਰਨਾ ਹੈ ਕਦੋਂ ਗੇਜ ਆਸਤੇ ਆਸਤੇ ਕਰਕੇ when you become a more experienced driver 30 years from that point you don't even need to you just go you can be talking to 10 different people you could be doing some other things while you're driving which is not good thing to do but we all do that and still you'll be able to talk you'll be able to listen you're able to drive you're able to stop the car automatically so ਕਿਉਂਕਿ ਉਹ ਤੁਹਾਡੇ ਅੰਦਰ ਵਸ ਜਾਂਦੀ ਹੈ ਗੱਲ ਸ਼ਲੋਕ ਸੰਸਕ੍ਰਿਤੀ ਵਿੱਚ ਇੱਕ ਸ਼ਲੋਕ ਆਂਦਾ ਹੈ ਜਿਹਦੇ ਵਿੱਚ ਮਹਾਰਾਜ ਪੰਡਿਤ ਵੀ ਇਹ ਗੱਲ ਪੁੱਛਦੇ ਹਨ ਕਿ ਮਹਾਰਾਜ ਇਹ ਦੱਸੋ ਕਿ ਗੁਰੂ ਦਾ ਦਿੱਤਾ ਹੋਇਆ ਗਿਆਨ ਜਿਹੜਾ ਵੈ ਇਸ ਗਿਆਨ ਦਾ ਦਿੱਤਾ ਹੋਇਆ ਗਿਆਨ ਦ੍ਰਿੜ ਕਦਮ ਹੁੰਦਾ ਹੈ ਗਿਆਨ ਕਦਮ ਮੇਰਾ ਪਾਰਟ ਆਫ ਮੀ ਹੋ ਜਾਂਦਾ ਹੈ ਤੇ ਉੱਥੇ ਵਰਡ ਆਏ ਹਨ ਸ਼ਲੋਕ ਸੰਸਕ੍ਰਿਤੀ ਵਿੱਚ ਦ੍ਰਿੜਨ ਸੋ ਵਿਦਿਆ ਹਰ ਹਰ ਗੋਪਾਲਾ ਇਹ ਕਿਉਂਕਿ ਪ੍ਰਮਾਤਮਾ ਦੀ ਕਿਰਪਾ ਨਾਲ ਦ੍ਰਿੜਤਾ ਆਂਦੀ ਹੈ ਗਿਆਨ ਦੀ ਦੇਖੋ ਤੁਸੀਂ ਜਪਜੀ ਨੂੰ ਸੁਣ ਸਕਦੇ ਹੋ ਜਪਜੀ ਨੂੰ ਪੜ੍ਹ ਵੀ ਸਕਦੇ ਹੋ ਉਹਦੀ ਵਿਆਖਿਆ ਵੀ ਪੜ੍ਹ ਸਕਦੇ ਹੋ ਉਹਦੀਆਂ 50 ਟੀਕੇ ਪੜ੍ਹ ਸਕਦੇ ਹੋ ਮੇਰੇ ਕੋਲ ਸੁਣ ਸਕਦੇ ਹੋ ਹਜ਼ਾਰਾਂ ਹੋਰਾਂ ਨੇ ਕੀਤੀਆਂ ਬੈਟਰ ਐਂਡ ਮੇਰੇ ਤੋਂ ਜਿਹੜੀਆਂ ਉਹ ਵੀ ਸੁਣ ਸਕਦੇ ਹੋ but that does not necessarily mean ਕਿ ਤੁਸੀਂ ਸਮਝਿਆ ਹੋਇਆ ਸਾਰਾ ਨੂੰ ਪਹਿਲੀ ਗੱਲ ਤੇ ਐਕਸੈਪਟ ਕੀਤਾ ਹੈ ਦੂਸਰੀ ਗੱਲ ਐਕਸੈਪਟੈਂਸ ਤੋਂ ਬਾਅਦ ਕੰਪਰੀਹੈਂਡ ਕੀਤਾ ਹੈ ਉਸ ਨੂੰ ਕੰਪਰੀਹੈਂਸ਼ਨ ਔਰ ਐਕਸੈਪਟੈਂਸ ਤੋਂ ਬਾਅਦ ਤੁਹਾਡੇ ਅੰਦਰ ਨੈਚੁਰਲ ਚੱਲਣਾ ਸ਼ੁਰੂ ਹੋ ਗਿਆ ਹੈ ਇਹ ਜ਼ਰੂਰੀ ਨਹੀਂ ਹੈ ਕਿ ਹੋਏਗਾ ਹੋ ਸਕਦਾ ਹੈ ਕਿ ਹੁਣ ਕਲਾਸ ਵਿੱਚ ਬੈਠਿਆਂ ਤੁਹਾਨੂੰ ਸਾਰੀ ਗੱਲ ਸਮਝ ਆ ਰਹੀ ਹੋਵੇ but next week if I ask you a question you might still draw a blank that means ਕਿ ਦ੍ਰਿੜ ਨਹੀਂ ਹੋਇਆ ਹਾਲੇ ਦ੍ਰਿੜ ਹੋਣ ਚ ਟਾਈਮ ਲੱਗੇਗਾ ਹੋ ਜਦੋਂ ਦ੍ਰਿੜ ਹੋ ਜਾਂਦਾ ਹੈ ਫਿਰ ਮੰਨੇ ਦੀ ਅਵਸਥਾ ਹੈ ਤੇ ਇਸ ਅਵਸਥਾ ਦੇ ਵਿੱਚ ਕਿਉਂਕਿ ਇਹ ਅਵਸਥਾ ਸਭ ਤੋਂ ਉੱਚੀ ਹੈ ਪ੍ਰਮਾਤਮਾ ਵਰਗੀ ਹੈ ਬ੍ਰਹਮ ਗਿਆਨੀ ਵਰਗੀ ਹੈ ਇਸ ਵਾਸਤੇ ਜਿਹੜੇ ਬੰਦੇ ਉੱਥੇ ਪਹੁੰਚੇ ਹਨ ਉਸ ਅਵਸਥਾ ਤੇ ਉਹਨਾਂ ਨੂੰ ਡਿਸਕ੍ਰਾਈਬ ਨਹੀਂ ਕੀਤਾ ਜਾ ਸਕਦਾ ਇਸੇ ਵਾਸਤੇ ਵਰਡ ਬੜੇ ਕਲੀਅਰ ਹਨ ਕਿ ਮੰਨੇ ਕੀ ਗਤ ਕਹੀ ਨਾ ਜਾਏ ਕਿਉਂਕਿ ਉਹ ਉਸ ਅਵਸਥਾ ਤੇ ਪਹੁੰਚ ਜਾਂਦਾ ਹੈ ਜਿੱਥੇ ਪ੍ਰਮਾਤਮਾ ਵਰਗੇ ਬ੍ਰਹਮ ਗਿਆਨੀਆਂ ਵਰਗੇ ਰਹਿੰਦੇ ਹਨ ਜਿਹੜੇ ਬੰਦੇ ਤੇ ਉੱਥੇ ਪਹੁੰਚ ਕੇ ਫਿਰ ਉਹਦੀ ਅਵਸਥਾ ਡਿਸਕ੍ਰਾਈਬ ਨਹੀਂ ਕੀਤੀ ਜਾ ਸਕਦੀ ਉਹਨੂੰ ਛੂਇਆ ਨਹੀਂ ਜਾ ਸਕਦਾ ਤੇ ਹਾਂ ਇਹ ਹੈ ਕਿ ਉਹਨਾਂ ਬੰਦਿਆਂ ਦੇ ਕੈਰੈਕਟਰਿਸਟਿਕਸ ਦਿੱਤੇ ਜਾ ਸਕਦੇ ਇਸੇ ਵਾਸਤੇ ਕਈ ਵਾਰੀ ਦੋ ਲੰਕੜਾਂ ਵਾਲੇ ਵੀ ਲਾਏ ਆਏ ਹਨ ਮੰਨਾ ਵੀ ਆਇਆ ਹੈ ਤੇ ਮੰਨੇ ਵੀ ਆਇਆ ਹੈ ਵਰਡ ਹਾਂਜੀ ਉਹਦਾ ਧਿਆਨ ਰੱਖਣਾ ਕਿ ਮੰਨੇ ਕੀ ਗਤ ਕਹੀ ਨਾ ਜਾਏ ਜਿਹੜੇ ਮੰਨ ਲੈਂਦੇ ਹਨ ਤੇ ਮੰਨਾ ਮਤਲਬ ਜਿਹੜੇ ਕਰਦੇ ਹਨ ਜਿਹੜਾ ਪ੍ਰੋਸੈਸ ਹੈ ਮੰਨਣ ਦਾ ਉਹਨਾਂ ਦੇ ਕੈਰੈਕਟਰਿਸਟਿਕ ਡਿਸਕ੍ਰਾਈਬ ਕਰ ਸਕਦੇ ਹੋ ਪਰ ਜਿਸ ਬੰਦੇ ਨੇ ਮੰਨ ਲਿੱਤਾ ਹੈ ਉਹਨੂੰ ਡਿਸਕ੍ਰਾਈਬ ਨਹੀਂ ਕੀਤਾ ਜਾ ਸਕਦਾ ਉਹਦੀ ਅਵਸਥਾ ਬ੍ਰਹਮ ਗਿਆਨੀਆਂ ਵਰਗੀ ਹੋ ਸਕਦੀ ਹੈ ਉਹਦੀ ਅਵਸਥਾ ਬਹੁਤ ਉੱਚੀ ਮੰਨੀ ਗਈ ਹੈ ਬਾਣੀ ਵਿੱਚ ਤੇ ਲਾਸਟ ਥਿੰਗ ਆਈ ਵਾਂਟ ਟੂ ਪੁਆਇੰਟ ਆਊਟ ਬਿਫੋਰ ਆਈ ਵਾਂਟ ਟੂ ਗੋ ਇੱਥੇ let me see if somebody remembers this is the most complex line out of the all ਮੰਨੇ ਦੀ ਲਾਈਨਾਂ ਵਿੱਚ ਉਹ ਹੈ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਤੇ ਉੱਥੇ can somebody remembers other than Anisha ji can somebody tell me what those lines really mean though with a special focus on the two mans that have come in there ਇੱਕ ਮਨ ਦੇ ਨੰਨੇ ਨੂੰ ਸਿਹਾਰੀ ਹੈ ਤੇ ਟਿੱਪੀ ਵੀ ਹੈ ਤੇ ਇੱਕ ਦੇ ਮਨ ਨੂੰ ਉੱਤੇ ਟਿੱਪੀ ਨਹੀਂ ਹੈ ਪਰ ਨੰਨੇ ਨੂੰ ਸਿਹਾਰੀ ਹੈ ਹਾਂਜੀ ਫਸਟ ਵਾਲੇ ਮਨ ਦੇ ਉੱਤੇ ਟਿੱਪੀ ਹੈ ਦੂਸਰੇ ਵਾਲੇ ਮਨ ਦੇ ਉੱਤੇ ਟਿੱਪੀ ਨਹੀਂ ਹੈ ਨੰਨੇ ਨੂੰ ਸਿਹਾਰੀ ਦੋਨੋਂ ਮਨ ਵਿੱਚ ਹੈ and these two lines are repeated in the 4 stanzas of Manne ਇਸ ਵਾਸਤੇ ਇਹ ਦੋ ਲਾਈਨਾਂ ਕ੍ਰਕਸ ਹਨ
you know, ਇਹ ਦੋ ਲਾਈਨਾਂ ਸਭ ਤੋਂ ਕ੍ਰਿਟੀਕਲ ਹਨ ਪੂਰੇ ਵਿੱਚ, ਬਾਕੀਆਂ ਸਾਰੀਆਂ ਐਗਜ਼ਾਮਪਲਸ ਹਨ, you know, ਪਰ ਇਹ ਲਾਈਨਾਂ ਐਗਜ਼ਾਮਪਲ ਨਹੀਂ ਹੈ। ਦਿਸ ਇਜ਼ ਦ, ਇਹ ਗੁਰਮਤ ਦੀ ਸਟੇਟਮੈਂਟ ਹੈ ਇੱਥੇ, ਗੁਰੂ ਨਾਨਕ ਦੇਵ ਜੀ ਦੀ ਆਪਣੀ thought process the statement. Can somebody throw some light on these two lines? We have gone through it several times when we did the Manediya podium. Let's see who remembers how much though. Anybody can throw light, and just unmute yourself even from the classroom. Hanji. Hanji Virji, please attempt. Hanji. Pehle maino first, before you start though, distinguish the two mannes for me. Yeah, ਜਿਹੜਾ ਟਿੱਪੀ ਵਾਲਾ ਹੈ ਉਹ ਤੇ ਪ੍ਰੋਸੈਸ ਆਫ ਮੰਨਣ ਹੋਇਆ ਕਿ ਹਾਂਜੀ ਇਸ ਪ੍ਰੋਸੈਸ ਨਾਲ ਮੰਨਣ ਦੀ ਅਵਸਥਾ ਵਿੱਚ ਪੁੱਜਣਾ ਹੈ, ਤੇ ਜਿਹੜਾ ਵਿਦਆਊਟ ਟਿੱਪੀ ਹੈਗਾ ਉਸ ਦਾ ਕਿ ਥਰੂ ਮਨ ਦੇ ਥਰੂ ਮੰਨਣ ਦੀ ਅਵਸਥਾ ਦੇ ਥਰੂ। ਬਿਲਕੁਲ, ਆਪ ਜੇ ਮਨ ਨਾਲ ਮੰਨਣ ਕਰੇ। I think somehow Viji, when microphone is unmuted, ਇੱਥੇ ਹੋ ਜਾਂਦੀ ਹੈ, ਐਕੋ ਆ ਜਾਂਦੀ ਹੈ। ਬਿਲਕੁਲ ਠੀਕ ਹੈ ਤੁਸੀਂ ਵਿਜੀ, ਯੂ ਆਰ ਐਬਸੋਲੂਟਲੀ ਰਾਈਟ। ਸੋ ਪਹਿਲੇ ਜਿਹੜੇ ਟਿੱਪੀ ਵਾਲਾ ਮਨ ਜਿਹੜਾ ਹੈ ਉਹ ਪ੍ਰੋਸੈਸ ਆਫ ਮੰਨਣ, ਜਿਨ੍ਹਾਂ ਨੇ ਮੰਨਣ ਵਿੱਚ ਆਏ, ਜਿਹੜੇ ਜਿਹਨੇ ਮੰਨਣ ਦੀ ਅਵਸਥਾ ਨੂੰ ਐਕਸੈਪਟ ਕੀਤਾ। ਐਕਸੈਪਟ ਕਿਸ ਤਰ੍ਹਾਂ ਕੀਤਾ? ਆਪਣੇ ਮਨ ਨਾਲ ਕੀਤਾ, ਮਤਲਬ ਕਿ ਜ਼ੋਰ ਜ਼ਬਰਦਸਤੀ ਨਹੀਂ ਕੀਤਾ ਉੱਤੇ, ਯੂ ਨੋ। ਹੁਣ ਕੋਈ ਚੀਜ਼ ਕੀ ਹੁੰਦੀ ਹੈ ਕਿ ਬੰਦਾ ਇੱਕ ਚੀਜ਼ ਘਰ ਕੋਈ ਖਾਣਾ ਬਣਿਆ, ਇੱਕ ਬੰਦਾ ਨੂੰ ਬੜਾ ਪਸੰਦ ਹੈ, ਉਹ ਖਾ ਲੈਂਦਾ, that is different. But sometimes as a young child, I remember when you didn't like something and your mother said, no, it doesn't matter whether you like it, you got to eat it. It's made it and you don't have a choice, but you got to eat it or else, you know. So oh banda fir bhi kha lenda us sabji nu ya dal nu, whatever it makes, whatever is made by the mother, but he particularly doesn't care about this stuff. He just eats it because he's being told to do so, you know. Ithe oh wali avastha nahi, ithe man jane man koe, matlab ki ਜਿਨ੍ਹਾਂ ਨੇ ਮੰਨਣ ਦੀ ਅਵਸਥਾ ਨੂੰ ਆਪਣੇ ਮਨ ਨਾਲ ਮਨਨ ਕੀਤਾ, ਜਿਨ੍ਹਾਂ ਨੇ। ਤੇ ਪਹਿਲੀ ਲਾਈਨ ਵੀ ਬੜੀ ਇੰਪੋਰਟੈਂਟ ਹੈ, ਐਸਾ ਨਾਮ ਨਿਰੰਜਨ ਹੋਏ, you know. So can anybody throw some light on the first line? Narinder Virji already explained the second one. ऐसा नाम निरंजन होए, and then connect the two lines together. We have gone through it several times when we did Manediya podium. Anybody from the KCF class who wants to raise his or her hand and explain it to me, I'll be more than happy to hear that also. So Niranjan da matlab hunda hai ਜਿਹਦੇ ਚ ਕੋਈ ਕਾਲਕ ਨਾ ਹੋਵੇ, ਜਿਹਦੇ ਚ ਕੋਈ ਮੈਲ ਨਾ ਹੋਵੇ, ਪਿਓਰਿਟੀ ਬਹੁਤ ਹੋਵੇ, ਉਹਨੂੰ ਨਿਰੰਜਨ ਕਹਿੰਦੇ ਹਨ। ਐਸਾ ਪ੍ਰਮਾਤਮਾ ਦਾ ਨਾਮ, ਐਸਾ ਪ੍ਰਮਾਤਮਾ ਦਾ ਪਿਆਰ, ਐਸਾ ਉਸ ਨਾਮ ਦੇ ਵਿੱਚ ਇਤਨੀ ਪਿਓਰਿਟੀ ਹੈ, ਇਤਨੀ ਸ਼ਕਤੀ ਹੈ, ਉਸ ਸ਼ਕਤੀ ਦੀ ਵਜ੍ਹਾ ਦੇ ਨਾਲ ਉਹ ਐਸਾ ਆਕਰਸ਼ਣ ਹੈ, ਇੱਕ ਐਸਾ ਔ ਹੈ ਨਾਮ, ਕਿ ਉਸ ਔ ਦੇ ਵਿੱਚ ਜਿਹੜਾ ਆਂਦਾ ਹੈ, ਜਿਹੜਾ ਉਸ ਔ ਨਾਲ ਜਿਹੜਾ ਜੁੜਦਾ ਹੈ, ਜਿਹੜਾ ਮਨ ਨਾਲ ਜੁੜਦਾ ਹੈ ਮਨਨ ਕਰਕੇ, ਉਹਨੂੰ ਇਹ ਅਵਸਥਾ ਪ੍ਰਾਪਤ ਹੁੰਦੀਆਂ ਹਨ, ਯੂ ਨੋ। ਸੋ ਐਸਾ ਨਾਮ ਨਿਰੰਜਨ ਹੋਏ ਔ ਦੀ ਅਵਸਥਾ ਹੈ। ਇਹਨੂੰ ਕਿਸੇ ਨੂੰ ਆਪਣਾ ਪ੍ਰੋਡਕਟ ਵੇਚਣਾ ਹੋਵੇ ਕੋਈ, ਤਾਂ ਉਹਦੇ ਬੜੇ ਗੁਣ ਡਿਫਾਈਨ ਕਰਨੇ ਪੈਂਦੇ ਨੇ ਵੀ ਇਹ ਸਾਡਾ ਹੀ ਬੈਟਰ ਹੈ, ਯੂ ਨੋ। ਹੁਣ ਜਿਸ ਤਰ੍ਹਾਂ ਫॉर ਐਗਜ਼ਾਮਪਲ ਐਪਲ ਦੀ ਆਈਫੋਨ ਹੈ ਤੇ ਸੈਮਸੰਗ ਦੀ, ਤੇ ਐਪਲ ਵਾਲੇ ਕਹਿਣਗੇ ਸਾਡੇ ਚ ਇਹ 20 ਫੀਚਰਸ ਹਨ, ਯੂ ਨੋ, ਜਿਹੜੇ ਸੈਮਸੰਗ ਵਾਲੇ ਚ ਨਹੀਂ ਹਨ। ਸੈਮਸੰਗ ਵਾਲੇ ਪੁਆਇੰਟ ਕਰਨਗੇ ਸਾਡੇ 10 ਇਹ ਫੀਚਰ ਹਨ ਜਿਹੜੇ ਐਪਲ ਵਾਲੇ ਚ ਨਹੀਂ ਹਨ, ਯੂ ਨੋ। ਔ ਕਰਨ ਦੀ, ਕਸਟਮਰ ਨੂੰ ਇਸ ਪਾਸੇ ਲਿਆਉਣ ਦੀ ਕੋਸ਼ਿਸ਼ ਕਰਦੇ ਨੇ, ਇੱਕ ਔ ਦੀ ਅਵਸਥਾ ਚ ਆਏ ਬੰਦਾ। ਗੁਰੂ ਨਾਨਕ ਦੇਵ ਮਹਾਰਾਜ ਜਿੱਥੇ ਆਪਣੇ ਨਾਮ ਦੇ ਰੂਪ ਨੂੰ ਅੱਗੇ ਕਰਕੇ, ਪ੍ਰਮਾਤਮਾ ਦੇ ਪ੍ਰੇਮਾ ਭਗਤੀ ਵਾਲਾ ਰੂਪ ਅੱਗੇ ਕਰਕੇ ਦੱਸਦੇ ਹਨ ਕਿ ਇਹੋ ਜਿਹਾ ਪ੍ਰਮਾਤਮਾ ਦਾ ਨਾਮ ਨਿਰੰਜਨ ਹੈ, ਇਹੋ ਜਿਹਾ ਪ੍ਰਮਾਤਮਾ ਦਾ ਨਾਮ ਪਵਿੱਤਰ ਹੈ, ਇਹੋ ਜਿਹਾ ਪ੍ਰਮਾਤਮਾ ਦੇ ਨਾਮ ਵਿੱਚ ਸ਼ਕਤੀ ਹੈ ਕਿ ਜਿਹੜਾ ਵੀ ਮਨ ਕਰਕੇ ਮੰਨਣ ਦੀ ਅਵਸਥਾ ਵਿੱਚ ਆਏਗਾ ਇਸ ਪਾਸੇ, ਉਹਨੂੰ ਉੱਪਰਲੀਆਂ ਲਿਖੀਆਂ ਜਿਹੜੀਆਂ ਹਨ ਅਵਸਥਾ ਪ੍ਰਾਪਤ ਹੋਣਗੀਆਂ। ਤੇ ਇਹਦੇ ਵਿੱਚ ਜਿਹੜੀ ਸਭ ਤੋਂ ਉੱਚੀ ਅਵਸਥਾ ਜਿਹੜੀ ਦਿੱਤੀ ਗਈ ਹੈ ਉਹ ਹੈ ਮੰਨੇ ਪਾਵੇ ਮੋਖ ਦੁਆਰ ਹੈ ਜੀ। ਇਹ ਮੋਖ ਦੁਆਰ ਦੀ ਜਿਹੜੀ ਸੈਲਵੇਸ਼ਨ ਦੀ ਸਭ ਤੋਂ ਉੱਤਰੀ ਜਿਹੜੀ ਅਵਸਥਾ ਜਿਹੜੀ ਹੈ, ਮੰਨੇ ਦੀ ਅਵਸਥਾ ਨੂੰ ਪ੍ਰਾਪਤ ਹੁੰਦਾ ਬੰਦਾ ਇਸ ਅਵਸਥਾ ਤੇ ਆਪੇ ਹੀ ਨਹੀਂ, ਮੰਨੇ ਪਰਵਾਰੇ ਸਧਾਰ ਤੇ ਬਨੇ ਤਰੇ ਤਾਰੇ ਗੁਰਸਿੱਖ ਵੀ ਹੈ। ਗੁਰੂ ਵੀ ਮੰਨੇ ਦੀ ਅਵਸਥਾ ਨਾਲ ਤਰਦੇ ਹਨ ਤੇ ਸਿੱਖ ਵੀ ਮੰਨੇ ਦੀ ਅਵਸਥਾ ਨਾਲ ਤਰਦੇ ਹਨ। ਤੇ ਇਹੋ ਜਿਹੇ ਬੰਦੇ ਫਿਰ ਕਿਸੇ ਦੇ ਅੱਗੇ ਭਿੱਖਿਆ ਨਹੀਂ ਪਾਉਂਦੇ, ਇਹੋ ਜਿਹੇ ਬੰਦੇ ਕਿਸੇ ਦੇ ਅੱਗੇ ਮੁਹਤਾਜ ਨਹੀਂ ਹੁੰਦੇ, ਇਹੋ ਜਿਹੇ ਬੰਦੇ ਕਿਸੇ ਦੇ ਅੱਗੇ ਹੱਥ ਨਹੀਂ ਫੈਲਾਉਂਦੇ ਪ੍ਰਮਾਤਮਾ ਤੋਂ ਸਿਵਾਏ, ਕਿਉਂਕਿ ਐਸਾ ਪ੍ਰਮਾਤਮਾ ਦੇ ਨਾਮ ਵਿੱਚ ਸ਼ਕਤੀ ਹੈ
ਐਸੇ ਪ੍ਰਮਾਤਮਾ ਦੇ ਨਾਮ ਵਿੱਚ ਇੱਕ ਰੰਗ ਹੈ ਜਿਹੜਾ ਉਸ ਰੰਗ ਨਾਲ ਜਿਹੜਾ ਜੁੜਦਾ ਹੈ ਬੰਦਾ, ਜਦੋਂ ਉਸ ਭਗਤੀ ਦੇ ਰੰਗ ਨੂੰ ਐਕਸੈਪਟ ਕਰਦਾ ਹੈ ਤੇ ਉਹ ਫਿਰ ਰੰਗ ਐਕਸੈਪਟ ਕੀਤਾ ਹੋਇਆ, ਮਨ ਨਾਲ ਐਕਸੈਪਟ ਕੀਤਾ ਹੋਇਆ, ਮਨ ਨਾਲ ਮੰਨਣ ਕੀਤਾ ਹੋਇਆ ਉਹ ਪ੍ਰਮਾਤਮਾ ਦਾ ਰੰਗ, ਉਹ ਪ੍ਰਮਾਤਮਾ ਦਾ ਨਿਰੰਜਨ ਨਾਮ ਕੀਤਾ ਹੋਇਆ, ਉਸ ਦੀਆਂ ਉੱਪਰਲੀਆਂ ਜਿਹੜੀਆਂ ਅਵਸਥਾ ਜਿਹੜੀਆਂ ਆਈਆਂ ਹਨ ਮੰਨੇ ਦੀਆਂ, ਇਹ ਪ੍ਰਾਪਤ ਹੁੰਦੀਆਂ ਨੇ ਉਸ। ਹਾਂਜੀ, ਸੋ ਇਹ ਦੋ ਵੱਡੀਆਂ ਸਟੇਜਸ ਜਪਜੀ ਸਾਹਿਬ ਵਿੱਚ ਆਈਆਂ ਹਨ ਜਿਹੜੀਆਂ ਪੌੜੀ ਨੰਬਰ 15 ਤੱਕ ਕੈਰੀ ਓਵਰ ਹੋਣਗੀਆਂ। ਹਾਂਜੀ, I'm going to stop here and ask anybody if any questions or no. ਨਹੀਂ ਤੇ I'm going to dwell on the next 4 podi's now, focus on the next 4 podi's. Please unmute yourself and ask me, Hanji, if anybody has any questions on ਸੁਣਿਆਂ ਦੀ ਪੌੜੀਆਂ ਵਿੱਚ ਤੇ ਮੰਨੇ ਦੀ ਪੌੜੀਆਂ ਚ, ਕੋਈ ਵੀ from a theological perspective ਤੋਂ, understanding the perspective ਤੋਂ ਕੋਈ question ਹੋਵੇ ਤਾਂ ਜ਼ਰੂਰ ਪੁੱਛੋ ਜੀ। ਪੌੜੀ ਨੰਬਰ 16 ਤੋਂ ਜਿਹੜੀ ਹੈ, ਜਿਹੜੀ 16 ਤੋਂ ਲੈ ਕੇ 19 ਤੱਕ ਜਿਹੜੀ ਹੈ ਉਹ ਮਜ਼ਮੂਨ ਕਾਮਨ ਹੈ ਉਹਨਾਂ ਦਾ, 16 ਤੋਂ ਲੈ ਕੇ 19 ਤੱਕ ਦਾ। 16 ਵਿੱਚ ਸ਼ੁਰੂਆਤ ਜਿਹੜੀ ਹੈ, ਜਿਹੜੇ ਮੰਨਣ ਦੀ ਅਵਸਥਾ ਚ ਪਹੁੰਚੇ ਉਹਨਾਂ ਨੂੰ ਪੰਚ ਕਿਹਾ ਗਿਆ, ਉਹਨਾਂ ਨੂੰ ਉਹ ਪੰਚ ਹਨ, ਮਤਲਬ ਕਿ ਉਹ ਉਸਤਾਦ ਹਨ। ਪੰਚ ਦਾ ਮਤਲਬ ਹੁੰਦਾ ਹੈ ਜਿਹੜੇ ਇੰਪੋਰਟੈਂਟ ਹੋਣ, ਜਿਹੜੇ ਬੜੇ ਪੰਚ ਜਿਹੜੇ ਪਿੰਡ ਦੇ ਪੰਚ ਜਿਹੜੇ ਹੁੰਦੇ ਨੇ ਉਹ ਉੱਪਰਲੇ ਬੰਦੇ ਹੁੰਦੇ ਨੇ ਪੰਚ ਜਿਹੜੇ। ਤੇ ਇਹ ਪੰਚ ਦੇ ਜਿਹੜੇ ਹਨ ਸਭ ਤੋਂ ਵੱਡਾ ਗਿਫਟ ਇਹਨਾਂ ਪੰਚਾਂ ਨੂੰ ਮਿਲਦਾ ਹੈ ਕਿ ਪੰਚਾਂ ਕਾ ਗੁਰ ਏਕ ਧਿਆਨ। ਹਾਂਜੀ, ਸੋ ਪੰਚਾਂ ਕਾ ਗੁਰ ਏਕ ਧਿਆਨ ਦੇ ਉੱਤੇ ਕੋਈ can somebody explain me, this is the most critical line, ਪੰਚਾਂ ਕਾ ਗੁਰ ਏਕ ਧਿਆਨ। Who remembers from the last time when I spoke though? This is the crux of the line, is podi ਦੀ ਸਭ ਤੋਂ critical line ਹੈ ਵਾਲੀ ਹੈ, ਪੰਚਾਂ ਕਾ ਗੁਰੂ ਏਕ ਧਿਆਨ। ਹਾਂਜੀ, ਪੰਚੇ ਪਾਵੇ ਦਰਗੇ ਮਾਨ ਈਜ਼ੀਅਰ ਹੈ, ਉਹ ਸਿੰਪਲਿਸਟਿਕ ਹੈ। ਪੰਚ ਪ੍ਰਵਾਨ ਤੇ ਪੰਚ ਪ੍ਰਧਾਨ, ਪ੍ਰਧਾਨ ਤੇ ਪ੍ਰਵਾਨ ਦੋਨੋਂ ਤੇ ਸੋਹੇ ਦਰ ਰਾਜਾਨ, ਸੋਭੇ ਤੇ ਹੈ ਹੀ ਹੈ, ਲੇਕਿਨ critical line ਹੈ ਪੰਚਾਂ ਕਾ ਗੁਰੂ ਏਕ ਧਿਆਨ। ਹਾਂਜੀ, anybody from Zoom or people listening though? Simran, I still can't see the class, your camera is still off though, if you're listening. It's off for the Wi-Fi. Oh, okay, I got it, I understand, no problem, no issues. Anybody ji, if nobody wants to dig into this one, then I'll explain what that means. ਹਾਂਜੀ, ਉਸ ਦੇ ਧਿਆਨ ਵਿੱਚ ਹਮੇਸ਼ਾ ਨਾਮ ਰਹਿਣਾ, ਪਰਮਾਤਮਾ ਰਹਿਣਾ। I'm sorry, मैं समझ नहीं, दोबारा तो ਉਹਦਾ ਧਿਆਨ ਹਮੇਸ਼ਾ ਪਰਮਾਤਮਾ ਦਾ ਨਾਮ ਵਿੱਚ ਜੁੜ ਜਾਂਦਾ ਹੈ। ਤੁਸੀਂ ਨੋਟਿਸ ਕਰੋਗੇ ਇੱਥੇ ਕਿ ਇੱਥੇ ਇੱਕ ਦੇ ਕੱਕੇ ਨੂੰ ਵੀ ਔਕੜ ਹੈ ਤੇ ਧਿਆਨ ਦੇ ਨੰਨੇ ਨੂੰ ਵੀ ਔਕੜ ਹੈ। ਇੱਕ ਇੱਥੇ ਵਰਡ ਪਰਮਾਤਮਾ ਵਾਸਤੇ ਆਇਆ, ਬਿਲਕੁਲ ਠੀਕ ਕਿਹਾ ਤੁਸੀਂ, ਇੱਕ ਪਰਮਾਤਮਾ ਵਾਸਤੇ ਆਇਆ ਵਰਡ ਇੱਥੇ, ਇੱਕੋ ਤੇ ਕੋਈ ਇੱਕ। ਇੱਥੇ ਧਿਆਨ ਕਨਸੈਂਟਰੇਸ਼ਨ ਵਾਸਤੇ ਆਇਆ, ਪਰ ਇੱਥੇ ਕਨਸੈਂਟਰੇਸ਼ਨ ਦੁਨੀਆ ਦੇ ਪੈਸੇ ਕਮਾਉਣ ਵਾਸਤੇ ਕਨਸੈਂਟਰੇਸ਼ਨ ਵਾਸਤੇ ਨਹੀਂ ਆਇਆ ਵਰਡ। ਇੱਥੇ ਧਿਆਨ ਪਰਮਾਤਮਾ ਦੇ ਗੁਣ ਦੇ ਚਿੰਤਨ ਦੇ ਉੱਤੇ ਧਿਆਨ ਆਇਆ ਹੈ। ਉਹਦਾ ਧਿਆਨ ਹਮੇਸ਼ਾ ਗੁਰੂ ਉਪਦੇਸ਼ ਵਿੱਚ ਇੱਕ ਰੂਪ ਰਹਿੰਦਾ ਹੈ ਹਮੇਸ਼ਾ। ਭਾਵ ਮਤਲਬ ਇਹ ਹੈ ਕਿ ਇਹ ਜਿਹੜੇ ਪੰਜ ਜਿਹੜੇ ਹਨ ਇਹਨਾਂ ਦਾ 24 hours a day, every breath that they take, though they take those breaths under the guidance of Guru Shabad. ਗੁਰੂ ਦੇ ਸ਼ਬਦ ਦੇ ਗਾਈਡੈਂਸ ਦੇ ਵਿੱਚ ਇਹਨਾਂ ਦੀ ਜ਼ਿੰਦਗੀ ਹੈ ਸਾਰੀ। ਇਹੋ ਜਿਹੇ ਨਹੀਂ ਹਨ ਕਿ ਕਲਾਸ ਖਤਮ ਹੋਈ ਤੇ ਫਿਰ ਉੱਥੇ ਦੇ ਉੱਥੇ ਹੀ ਕੰਮ ਸਾਰਾ। ਇਹੋ ਜਿਹੇ ਨਹੀਂ ਹਨ ਕਿ ਇੱਕ ਹਫ਼ਤੇ ਆਏ ਤੇ ਦੂਸਰੇ ਹਫ਼ਤੇ ਫਿਰ 3 ਹਫ਼ਤੇ ਪਤਾ ਹੀ ਨਹੀਂ ਕਿੱਥੇ। ਇਹੋ ਨਹੀਂ ਹਨ ਕਿ ਇੱਕ ਦਿਨ ਕੀਰਤਨ ਦੀ ਪ੍ਰੈਕਟਿਸ ਕੀਤੀ ਤੇ ਇੱਕ ਦਿਨ ਕੀਰਤਨ ਕੀਤਾ ਤੇ ਫਿਰ ਅਗਲੇ 2 ਹਫ਼ਤੇ ਪਤਾ ਹੀ ਨਹੀਂ ਕਿੱਥੇ ਗਏ ਉਹ ਲੋਕ। ਉਸ ਤਰ੍ਹਾਂ ਦੇ ਨਹੀਂ ਹੈ। ਇਹਨਾਂ ਦਾ ਧਿਆਨ ਹਮੇਸ਼ਾ ਇੱਕ ਪ੍ਰਮਾਤਮਾ, ਇੱਕ ਗੁਰੂ ਵਿੱਚ। ਇੱਥੇ ਗੁਰ ਵਰਡ ਕਈਆਂ ਨੇ ਗੁਰੂ ਵੀ ਕਿਹਾ ਹੈ, ਕਈਆਂ ਨੇ ਪ੍ਰਮਾਤਮਾ ਵੀ ਕਿਹਾ ਹੈ। ਇੱਕ ਗੁਰ ਜਿਹੜਾ ਸਭ ਤੋਂ ਉੱਚਾ ਗੁਰੂ ਹਰ ਪ੍ਰਮਾਤਮਾ ਦੇਵ, ਸਾਡੇ ਵਾਸਤੇ ਗੁਰੂ ਨਾਨਕ ਆਦਿ ਗੁਰੂ, ਜਿਨ੍ਹਾਂ ਦਾ ਧਿਆਨ ਗੁਰੂ ਨਾਨਕ ਦੇਵ ਜੀ ਦੀ ਬਾਣੀ ਵਿੱਚ, ਆਦਿ ਗੁਰੂ ਦੀ ਬਾਣੀ ਵਿੱਚ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ ਇੱਕ ਸੁਰ ਹਮੇਸ਼ਾ ਜੁੜਿਆ ਰਹਿੰਦਾ। ਜਿਨ੍ਹਾਂ ਉਹ ਪੰਜ ਹਨ। ਇਹ ਪੰਚਾਂ ਦਾ ਸਭ ਤੋਂ ਵੱਡਾ ਗਿਫਟ ਦਿੱਤਾ ਉਹਨਾਂ ਨੂੰ। ਉਹਨਾਂ ਦਾ ਧਿਆਨ ਹੀ ਉਹਨਾਂ ਦਾ ਗੁਰੂ ਹੈ। ਉਹਨਾਂ ਦਾ ਧਿਆਨ ਹੀ ਉਹਨਾਂ ਦਾ ਸਭ ਕੁਝ ਹੈ। ਉਹਨਾਂ ਦਾ ਧਿਆਨ ਹੀ, ਕਨਸੈਂਟਰੇਸ਼ਨ ਹੀ ਉਹਨਾਂ ਦੀ ਸਭ ਕੁਝ ਹੈ।
ਉਹ ਇੱਕ ਸੁਰ ਵਿੱਚ ਉਹ ਜੋ ਮਰਜ਼ੀ ਪਈ ਦੁਨੀਆ ਦੇ ਦੂਸਰੇ ਹੋਰ ਕੰਮ ਕਰਦੇ ਹੋਣ, ਬਟ ਉਹਨਾਂ ਦਾ ਧਿਆਨ ਇੱਕ ਸਰ ਪ੍ਰਮਾਤਮਾ 'ਚ ਰਹਿੰਦਾ ਹੈ। ਤੇ 16ਵੀਂ ਪੌੜੀ ਦੇ ਵਿਚਕਾਰ ਜਾ ਕੇ ਮਹਾਰਾਜ ਫਿਰ ਸਰਗੁਣ ਰੂਪ ਪ੍ਰਮਾਤਮਾ ਤੇ ਵੀ ਫੋਕਸ ਕਰਦੇ ਹਨ। ਇੱਥੇ ਫਿਰ ਦੌਲ ਧਰਮ ਦਇਆ ਕੇ ਪੂਤ ਦੀ ਵੀ ਗੱਲ ਆਈ ਹੈ। ਇੱਥੇ ਐਕਸਟਰਨਲ এনवायरमेंट ਨੂੰ ਵੀ ਟੱਚ ਕੀਤਾ ਨੇ, ਤੇ ਐਕਸਟਰਨਲ এনवायरमेंट ਨੂੰ ਟੱਚ ਕਰਕੇ ਕਹਿੰਦੇ ਹਨ ਕਿ ਐਕਸਟਰਨਲ এনवायरमेंट ਵਿੱਚ ਤੇਰੇ ਸਿਵਾਏ ਹੋਰ ਕੋਈ ਨਹੀਂ। ਇਸ ਐਕਸਟਰਨਲ এনवायरमेंट ਨੂੰ ਰੋਕਣ ਵਾਲਾ, ਥੰਮਣ ਵਾਲਾ, ਇਸ ਐਕਸਟਰਨਲ এনवायरमेंट ਨੂੰ ਸਪੋਰਟ ਕਰਨ ਵਾਲਾ ਉਹੀ ਨਾਮ ਹੈ ਜਿਹੜਾ ਪਹਿਲੇ ਨਿਰਗੁਣ ਰੂਪ ਵਿੱਚ ਅਸੀਂ ਦੱਸ ਆਏ ਹਾਂ ਪਹਿਲੇ। So the whole focus of the 16th podi is to define the word panch and then to say कि खाली अंदर ही ना चाती मार, अंदर ही ना देख, खाली देख बाहर की हो रहा है तेरे नाल। जो बाहर हो रहा है जड़ा, जो बाहर जो हो रहा है वो जड़ा अंदर कर रहा सी वो भी बाहर बैठा हुआ है। कोई इत्थे कोई नकली कोई धवल नहीं बैठे हुए, नकली कोई बुल्स नहीं बैठे हुए जड़े सपोर्ट करते पे हैं पूरी सृष्टि। ये सृष्टि जिहड़ी इस तरह सपोर्ट नहीं हो रही है, इस सृष्टि की सपोर्ट वही नाम है, वही हुक्म है, वही शब्द है जिहड़ा असीं पहले डिस्कस करके आ गए। ते 16वीं अष्टमी तो बाद नोटिस करोगे 17 ते 18 ते 19 विच 17 ते 18 विच इस गल नूं दृढ़ाया ने कि दुनिया दी क्रिएटर एक होण कारण चाहे असंख्य दियां पौड़ियां जिहड़ियां हैं, नंबर आई एम टॉकिंग अबाउट नंबर नाउ 17 and 18 नाउ 17 and 18 which focus skills गलते है। Can somebody tell me कि 17 which गल पॉजिटिव लोगों दी आई है जी, उथे जप ते भाव ते पूजा तप ताओ ग्रंथ पाठ जोग उदासी भगत गुण इन्हां ते फोकस आया सारा है जी। ते अगली पौड़ी ऑपोजिट आए, उथे मूर्ख घोर चोर हरामखोर पता की हर नेगेटिव चीज की गल आई है। कॉमनैलिटी की है दोनों दी? Why bother discussing positives and negatives here? इन्हां दो असंख्य पौड़ियां दे, दो असंख्य दियां पौड़ियां दा क्रक्स की है दोनों पौड़ियां दा? I want to make this class a little bit more interactive है जी। So then also I would know कि कोई समझ भी आ रही है लोगों को कि एवं बोलता पे लोग people or not, because most cameras are off. Though when cameras are off I have no idea what's going on. In fact when cameras are off most of the time कदी उन्हां दा माइक्रोफोन गलती नाल भी ऑन हो जांदा ते कोई आपस दुनियावी गल्लां ही करदे हुंदे ने। सो ये असंख्य दियां दो नेगेटिव जेडे डिस्कस कीते ने, एक पहले चंगियां नूं लाके फिर मंगियां नूं लाके, वाई बादर क्या की रहे हैं इत्थे? गुरु नानक देव दा उपदेश की है इत्थे दोनों नूं? क्यों हो रहा है ये दो मने जेडे एक चंगे ते एक साडे नजर च जेडे माड़े ने, जेडे नेगेटिव एनर्जी क्रिएट करदे ने, की हो रहा है फिर इत्थे? दोनों और दोनों दी एंडिंग देख लो, दोनों दी एंडिंग सेम है, जो तुद भावे, एंडिंग डिफरेंट नहीं है असंख वाले दी। सो इत्थे गल जिहड़ी हो रही है ये हो रही है ते चंगे ते मंदे जिहड़े तुहानूं नजर आंदे पे चंगे ते मंदे, ये उहदी मर्जी नाल चंगे ते मंदे हैं, उहदी क्रिएशन है, अपने कर्मां दा फल भोगदे पे हैं। तुसी नहीं कहना उन्होंने चंगा ते मंदा, ओ मंदे चंगे बनांदा है उहदी मर्जी नाल, क्रिएटर ओ है। हाँ जेडे मंदे हैं, जेडे तुहाडे नजर विच मंदे हैं, जेडे नहीं नेगेटिविटी, जेडे नेगेटिविटी चलदे हैं, जेडे उन्हां नूं इनकरेज करके पॉजिटिविटी लैके आओ, ये सत्संग दा तुहाडा काम है। उन्हां नूं क्रिटिसाइज ना करो, ओ अपने कर्मां दा फल भोगदे पे हैं, बनाए उसी नहीं हैं, वो बनाने वाला दूसरा होर कोई नहीं है, मंदियां नूं भी बनाने वाला वही है, चंगियां नूं भी बनाने वाला वही है। तुसी उस करतार दी सिफत विच आओ, तुसी निंदिया च ना पवो, तुसी इनू चोर हरामखोर नूं मूर्ख नूं सियाणा बनाओ गुरु दे शब्द दे नाल। इन्हां नूं गुरु दी शब्द दी रोशनी दिओ, तुसी गुरु दी शब्द दी रोशनी दे के इन्हां नूं सत्संग विच लिया के इन्हां नूं चंगियां दी लिस्ट विच खड़ा कर दिओ। नंबर 18 वाले जेडे हैं, जेडे माड़े बंदे, इन्हां नूं 18 वाले माड़े बंदियां नूं 18 वाले माड़े बंदियां नूं 17 वाले लाइन च खड़ा कर दिओ सारियां नूं। इन्हां नूं चंगा बंदा ना कहो, इन्हां नूं ये अपने कर्मां दा फल भोगदे पे हैं, उसी ते बनाए हुए हैं सारे। इन्हां दी निंदिया ना करके
ਇਹਨਾਂ ਨੂੰ ਐਕਸੈਪਟੈਂਸ ਦਿਓ ਤੇ ਗੁਰੂ ਦੇ ਸ਼ਬਦ ਦੀ ਰੋਸ਼ਨੀ ਦੁਆਰਾ ਇਹਨਾਂ ਦੀ ਜ਼ਿੰਦਗੀ ਨੂੰ ਬੈਟਰ ਕਰੋ, ਕਿਉਂਕਿ ਹੁੰਦਾ ਉਹੀ ਹੈ ਜੋ ਉਹ ਚਾਹੁੰਦਾ ਹੈ। ਸੋ ਇੱਥੇ ਗੱਲ ਫਿਰ ਮੁੱਕ ਕੇ ਗੱਲ ਉਹੀ ਹੈ ਕਿ ਜੋ ਤੁਧ ਭਾਵੇ ਉਹੀ ਹੈ ਸਾਈ ਭਲੀ ਕਾਰ, ਜੋ ਤੂੰ ਕਰ ਰਿਹਾ ਹੈ ਉਹ ਠੀਕ ਕਰ ਰਿਹਾ ਹੈ ਤੂੰ। ਜੇ ਮੰਦੇ ਕਰਦੇ ਪਏ ਹਨ ਕੰਮ, ਇਹ ਆਪਣੇ ਕਰਮਾਂ ਦਾ ਫਲ ਭੋਗਦੇ ਪਏ ਹਨ, ਜਿਨ੍ਹਾਂ ਨੇ ਮੰਦੇ ਕਰਮਾਂ ਦਾ ਫਲ ਭੋਗਣਾ ਸੀ। ਤੇ ਤੁਹਾਡਾ ਕੰਮ ਸਤਸੰਗ ਵਿੱਚ ਇਹ ਹੈ ਕਿ ਇਹਨਾਂ ਮੰਦਿਆਂ ਨੂੰ ਚੰਗਿਆਈ ਚ ਲੈ ਕੇ ਆਏ, ਇਹਨਾਂ ਮੰਦਿਆਂ ਨੂੰ ਗੁਰਮਤ ਦੀ ਵਿਦਿਆ ਦਵੇ, ਇਹਨਾਂ ਮੰਦਿਆਂ ਨੂੰ ਕੀਰਤਨ ਵਾਲੇ ਪਾਸੇ ਲਾਏ, ਇਹਨਾਂ ਮੰਦਿਆਂ ਨੂੰ ਸੇਵਾ ਵਾਲੇ ਪਾਸੇ ਲਾਏ, ਨਾ ਕਿ ਇਹਨਾਂ ਦੀ ਨਿੰਦਿਆ ਕਰੇ। ਹਾਂਜੀ, ਨੋਟਿਸ ਕਰੋਗੇ ਸੁਖਮਨੀ ਸਾਹਿਬ ਨਾਲ ਅਗਰ ਉਸ ਅਸ਼ਪਦੀ ਨੂੰ ਕੰਪੇਅਰ ਕਰੋਗੇ ਕਈ ਕੋਟ ਵਾਲੀ ਅਸ਼ਪਦੀ ਵਿੱਚ ਵੀ ਸਿਮਿਲਰ ਇਸ਼ੂ ਰੇਜ਼ ਕੀਤਾ ਨੇ। ਕਈ ਕੋਟ ਵਾਲੀ ਅਸ਼ਪਦੀ ਵਿੱਚ ਵੀ ਪੋਜ਼ਿਟਿਵ ਨੈਗੇਟਿਵ ਇੱਕੋ ਹੀ ਅਸ਼ਪਦੀ ਚ ਆਏ ਸਾਰੇ। ਉੱਥੇ ਵੀ ਜਦੋਂ ਪੋਜ਼ਿਟਿਵਿਟੀ ਚ ਗੱਲ ਆਉਂਦੀ ਹੈ ਤੇ ਕੋਈ ਅੰਤ ਨਹੀਂ ਹੈ ਪੋਜ਼ਿਟਿਵ। ਕਈ ਕੋਟ ਮੰਗੇ ਸਤਸੰਗ, ਕਈ ਕੋਟ ਪਾਰ ਬ੍ਰਹਮ ਜਿਨ ਲਾਗਾ ਰੰਗ, ਕਈ ਮੰਗਦੇ ਹਨ ਪ੍ਰਮਾਤਮਾ, ਕਈ ਕੋਟ ਪ੍ਰਭ ਕੋ ਖੋਜਨਤੇ, ਇਹ ਵੀ ਆਏ ਹਨ ਵਰਡ। ਆਤਮ ਵੇ ਪਾਰ ਬ੍ਰਹਮ ਲਹਨ ਤੇ ਉਹੀ ਵਰਡ ਆਏ ਹਨ, ਹੈ ਨਾ। ਫਿਰ ਜਿੱਥੇ ਮਾੜੇ ਆਏ ਹਨ ਉਹਨਾਂ ਦੀ ਵੀ ਲਿਸਟ ਬੜੀ ਲੰਬੀ ਹੈ ਨਾ। ਉਹਨਾਂ ਦੀ ਵੀ ਲਿਸਟ ਕੋਈ ਛੋਟੀ ਮੋਟੀ, ਉਹਨਾਂ ਦੀ ਵੀ ਲਿਸਟ ਬੜੀ ਵੱਡੀ ਹੈ ਉਹਨਾਂ ਦੀ, ਵੀ ਕਈ ਆਂਦੇ ਇਸੀ ਵਾਸਤੇ ਹੈ, ਯੂ ਨੋ। ਸੋ ਲੇਕਿਨ ਤੁਹਾਡੇ ਹੱਥ ਚ ਨਹੀਂ ਹੈ ਚੰਗਿਆਈ ਤੇ ਮੰਗਿਆਈਆਂ, ਇਹ ਕਰਮ ਆਪਣੇ ਹਨ ਉਹਨਾਂ ਦੇ, ਪ੍ਰਮਾਤਮਾ ਦੇ ਪੜਾਏ ਹੋਏ ਹਨ ਸਾਰੇ। ਤੁਹਾਡਾ ਫਰਜ਼ ਬਣਦਾ ਹੈ ਇਹਨਾਂ ਨੂੰ ਮੋੜ ਕੇ ਇਸ ਪਾਸੇ ਲੈ ਕੇ ਆਓ ਤੇ ਪ੍ਰਮਾਤਮਾ ਦੀ ਕ੍ਰੀਏਸ਼ਨ ਨੂੰ ਇੱਥੇ ਦਿਖਾਇਆ ਨੇ। ਪਹਿਲੇ ਗੁੱਲਾਂ ਦੇ ਉੱਤੇ ਫੋਕਸ ਕਰਕੇ ਕਿ ਉਹ ਸਪੋਰਟਿੰਗ ਜਿਹੜੀ ਦੁਨੀਆ ਦੀ ਸਪੋਰਟ ਜਿਹੜੀ ਹੈ ਉਹ ਪ੍ਰਮਾਤਮਾ ਤੋਂ ਨਾਮ ਤੋਂ ਸਿਵਾਏ ਕਿਸੇ ਦੀ ਨਹੀਂ, ਤੇ ਜਿਹੜੇ ਅੰਦਰ ਰਹਿੰਦੇ ਪਏ ਹਨ ਜਿਹੜੇ, ਇਹ ਵੀ ਉਸੇ ਦੇ ਬਣਾਏ ਹੋਏ ਹਨ ਤੇ ਇਹ ਉਸ ਵੇਲੇ ਬਣਾਏ ਹੋਣੇ ਮੰਦੇ ਹਨ, ਲੇਕਿਨ ਬਣਾਏ ਉਸੇ ਦੇ ਹੋਏ ਹਨ। ਨੋਟਿਸ ਕਰੋਗੇ 19 ਵਿੱਚ ਅਗਲੀ ਪੌੜੀ ਵਿੱਚ ਮਹਾਰਾਜ ਇਸ ਗੱਲ ਦੀ ਪੁਸ਼ਟੀ ਦਿੰਦੇ ਹਨ ਕਿ ਜੇ ਤੂੰ ਉਸ ਨਿਰੰਕਾਰ ਨਾਲ ਜੁੜਨਾ ਹੈ, ਜਦੋਂ ਉਸ ਤੇ ਪਹਿਲੇ ਗੁਰਮਤਿ ਦਾ ਗਿਆਨ ਦਿੰਦੇ ਹਨ, ਅਸੰਖ ਨਾਮ ਅਸੰਖ ਭਾਵ ਵਿੱਚ ਅਸੰਖ ਅਗਮ ਅਸੰਖ ਲੋ, ਉਹਦੇ ਵਿੱਚ ਉਹ ਗਿਆਨ ਦੇ ਕੇ ਤੇ ਹੁਣ ਜਿਹੜੇ ਗਿਆਨ ਅਸਲੀ ਗਿਆਨ ਦੀ ਗੱਲ ਕਰਦੇ ਹਨ ਕਿ ਉਹਨੂੰ ਜੁੜਨ ਦੀ ਅਵਸਥਾ ਜਿਹੜੀ ਹੈ ਸਿਰਫ ਅੱਖਰਾਂ ਨਾਲ ਹੋ ਸਕਦੀ ਹੈ। ਅੱਖਰਾਂ ਨਾਲ ਹੀ ਉਹ ਮਿਲਦਾ ਹੈ। ਤੇ ਅੱਖਰ ਕੀ ਹਨ? ਰਿਟਨ ਵਰਡ ਕਿਹੜਾ ਹੈ ਸਾਡੇ ਵਾਸਤੇ? ਰਿਟਨ ਵਰਡ ਕਿਹੜਾ ਹੈ? ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਹੈ, ਔਰ ਕੁਛ ਨਹੀਂ। ਉਸ ਬਾਣੀ ਨਾਲ ਜੁੜ ਕੇ ਪ੍ਰਮਾਤਮਾ ਨਾਲ ਪਹੁੰਚਿਆ ਜਾ ਸਕਦਾ ਹੈ। ਗੁਰੂ ਦਾ ਗਿਆਨ ਦਿੱਤਾ ਹੋਇਆ ਅੱਖਰਾਂ ਵਿੱਚ ਪਿਆ ਹੋਇਆ ਸਾਨੂੰ। ਹਾਂ, ਇੱਥੇ ਇੱਕ ਗੱਲ ਕ੍ਰਿਟੀਕਲ ਸਮਝਾਈ ਨੇ ਕਿ ਆਪ ਅੱਖਰਾਂ 'ਚ ਨਹੀਂ ਹੋ, ਹਾਂਜੀ, ਆਪ ਅੱਖਰਾਂ ਵਿੱਚ ਨਹੀਂ ਹੈ, ਲੇਕਿਨ ਬਾਕੀ ਸਾਰੇ ਅੱਖਰਾਂ ਵਿੱਚ ਹਨ, ਔਰ ਅੱਖਰਾਂ ਰਾਹੀਂ ਉਹਦੇ ਨਾਲ ਪਹੁੰਚਿਆ ਜਾ ਸਕਦਾ ਹੈ। ਕਿਉਂਕਿ ਇੱਥੇ ਵਰਡ ਆਏ ਹਨ, ਅਖਰੀ ਲਿਖਣ ਬੋਲਣ ਬਾਣ, ਅਖਰਾ ਸਿਰ ਸੰਜੋਗ ਅਖਾਣ, ਪਰ ਜਿਨ ਇਹ ਲਿਖੇ ਤੇ ਸਿਰ ਨਾ ਹੈ। ਉਹ ਅੱਖਰਾਂ ਦੇ ਵਿੱਚ ਨਹੀਂ ਹੈ, ਤੁਸੀਂ ਅੱਖਰਾਂ ਵਿੱਚ ਹੋ। ਅੱਖਰਾਂ ਦੇ ਰਾਹੀਂ ਮਿਲਣਾ ਹੈ। ਕੀਰਤਨ ਸਿੱਖਦੇ ਹਾਂ ਤਾਂ ਵੀ ਅੱਖਰਾਂ ਦੇ ਰਾਹੀਂ ਹੈ, ਬਾਣੀ ਨੂੰ ਗਾਣਾ ਹੈ ਤਾਂ ਵੀ ਅੱਖਰਾਂ ਦੇ ਰਾਹੀਂ ਹੈ, ਮੈਂ ਬੋਲ ਰਿਹਾ ਉਹਦੇ ਵੀ ਅੱਖਰਾਂ ਦੇ ਰਾਹੀਂ ਹੈ, ਤੁਸੀਂ ਸੁਣਨਾ ਹੈ ਤਾਂ ਉਹ ਵੀ ਅੱਖਰਾਂ ਦੇ ਰਾਹੀਂ ਹੈ। ਅੱਖਰਾਂ ਦੇ ਨਾਲ ਹੀ ਮਿਲਣਾ ਹੈ। ਅੱਖਰ ਨਹੀਂ ਹੈ ਤੇ ਨਹੀਂ ਮਿਲੇ ਜਾ ਸਕਦੇ। ਹੁਣ ਦੇਖੋ ਨਾ, ਜਿਹਦੇ ਕੋਲ ਅੱਖਰ ਨਹੀਂ ਹੈ, ਜਿਹੜਾ ਸੁਣ ਨਹੀਂ ਸਕਦਾ, ਬੋਲ ਨਹੀਂ ਸਕਦਾ, ਜਿਹਦੇ ਕੋਲ ਜ਼ਬਾਨ ਨਹੀਂ ਹੈ, ਉਹ ਕਿਸ ਤਰ੍ਹਾਂ ਉਹਦੀ ਸਿਫਤਸਲਾਹ ਕਰੇਗਾ ਉਹਦੀ? ਮਹਾਰਾਜ ਇਸ ਗੱਲ ਦੀ ਪੁਸ਼ਟੀ ਦਿੰਦੇ ਹਨ। ਤੇ ਇਹ ਜੋ ਤੁਧ ਭਾਵੇ ਸਾਈਂ ਬਲੀਕਾਰ ਦੀ ਅਵਸਥਾ ਦੇ ਇਹ ਅਖੀਰਲੀ ਪੌੜੀ 19 ਤੇ ਜਾ ਕੇ ਤੇ ਜਿਹੜੇ ਹਨ ਹੁਣ 20 ਤੱਕ ਆਉਂਦੇ ਹਨ। ਹਾਂਜੀ, anybody has any questions though up to this point, though up to the summarization of podi number 19 tak, before I go on to the podis number 20 and beyond, you know, ये सारियां पहले कड़ आए पहले, I'm just revising. ਅੱਖਰ ਤੇ ਸ਼ਬਦ ਦਾ ਮਤਲਬ ਇੱਕੋ ਹੀ ਹੈ। ਇੱਕੋ ਹੀ ਹੈ, ਅੱਖਰ ਤੇ ਸ਼ਬਦ, ਅੱਖਰ ਤੇ ਸ਼ਬਦ। ਥੈਂਕ ਯੂ। Any other questions? 20th ਵਿੱਚ ਦੱਸਦੇ ਹਨ ਕਿ ਪ੍ਰਮਾਤਮਾ ਦੇ ਨਾਮ ਤੋਂ ਸਿਵਾਏ, ਪ੍ਰਮਾਤਮਾ ਦੀ ਪ੍ਰੇਮਾ ਭਗਤੀ ਤੋਂ ਸਿਵਾਏ ਕੋਈ ਚੀਜ਼ ਤੁਹਾਨੂੰ ਅੱਗੇ ਉੱਥੇ ਪਹੁੰਚਾ ਨਹੀਂ ਸਕਦੀ। ਲੱਖ ਯਤਨ ਕਰਕੇ ਬੰਦਾ ਦੇਖ ਲੇ, ਜਿਤਨੇ ਮਰਜ਼ੀ ਪਾਪ ਫਿਮੜੇ ਹੋਣ, ਤੁਹਾਨੂੰ ਜਿਤਨੀ ਮਰਜ਼ੀ ਨੈਗੇਟਿਵਿਟੀ ਤੁਹਾਡੇ 'ਚ ਆਈ ਹੋਵੇ, ਉਹ ਨੈਗੇਟਿਵਿਟੀ ਪੱਲਾਂ ਵਿੱਚ ਖਤਮ ਹੋ ਸਕਦੀ ਹੈ ਜੇ ਪ੍ਰੇਮਾ ਭਗਤੀ ਵਾਲੇ ਪਾਸੇ ਆਏਗਾ। ਤੇ ਜੇ ਨਹੀਂ ਆਏਗਾ ਜਿਹੜਾ ਬੰਦਾ, ਉਹ ਕਰੋੜਾਂ ਯਤਨ ਕਰਕੇ ਦੇਖ ਲਵੇ, ਕੁਝ ਵੀ ਕਰਕੇ ਦੇਖ ਲਵੇ,
ਉਹਦਾ ਕੁਝ ਨਹੀਂ ਹੋ ਸਕਦਾ ਉਸਦਾ। ਤੇ ਕਿਉਂਕਿ ਇੱਥੇ ਵਰਡ ਆਏ ਹਨ ਮੂਤ ਪਲੀਤੀ ਕੱਪੜ ਹੋਏ ਦੀ ਐਗਜ਼ਾਮਪਲ ਦੇ ਕੇ ਇਸ ਬੰਦੇ ਕਿ ਉਹ ਨਾਮ ਦੇ ਰੰਗ ਨਾਲ ਧੋਂਦਾ ਹੈ। ਨਾਮ ਬਹੁਤ ਪਾਵਰਫੁਲ ਹੈ ਔਰ ਇਹ ਪੁੰਨ ਤੇ ਪਾਪ ਸਿਰਫ ਆਖਣ ਵਾਲੀਆਂ ਚੀਜ਼ਾਂ ਨਹੀਂ ਹੈ, ਜੋ ਤੁਸੀਂ ਕਰ ਰਹੇ ਹੋ ਵੀ ਤਾਂ ਤੁਹਾਨੂੰ ਫਲ ਭੋਗਣਾ ਪਏਗਾ। ਆਪੇ ਬੀਜ ਆਪੇ ਹੀ ਖਾਓ ਦੀ ਅਵਸਥਾ ਵਿੱਚ ਆ ਕੇ 20th ਵਿੱਚ ਪ੍ਰਮਾਤਮਾ ਦੇ ਨਾਮ ਦੀ ਸਿਫਤੀ ਤੇ ਨਾਮ ਦੇ ਮਾਰਗ ਨੂੰ ਅੱਗੇ ਰੱਖਦੇ ਹਨ ਤੇ ਕਹਿੰਦੇ ਹਨ ਜਨ ਜਿਹੜੇ ਹਨ ਤੇਰੇ ਭਗਤ ਜਿਹੜੇ ਹਨ ਉਹ ਹਰ ਮੈਲੀ ਅਵਸਥਾ ਨੂੰ ਨਾਮ ਦਾ ਵਰਤ ਕੇ ਪ੍ਰੇਮਾ ਭਗਤੀ ਵਿੱਚ ਆ ਕੇ ਨਾਮ ਦੁਆਰਾ ਆਪਣੀ ਜ਼ਿੰਦਗੀ ਨੂੰ ਸੰਵਾਰ ਲੈਂਦੇ ਹਨ ਸਾਰੇ। ਤੇ ਨਾਮ ਵਿੱਚ ਸਭ ਕੁਝ ਹੈ। ਇਸ ਵਾਸਤੇ ਆਪਣੀ ਕਰਨੀਆਂ ਨੂੰ ਦੇਖੋ, ਜੋ ਤੁਸੀਂ ਡੇਲੀ ਐਕਟੀਵਿਟੀਜ਼ ਜੋ ਕਰਦੇ ਪਏ ਹੋ ਉਹਨਾਂ ਤੇ ਧਿਆਨ ਦਿਓ। ਨਾਮਕਰਨ ਕਰਾਉਣ ਵਾਲਾ ਨਾਮ ਨਾਲ ਸਭ ਕੁਝ ਤੋਲ ਸਕਦਾ ਹੈ। It does not matter what you have done up to this point. It has no meaning in Gurmat or what has happened so far. It has no meaning what you have done in your past life, what you have done. What's important is what you're going to do from this point onward. Ji. Udhe hote focus hai sara. Any question on the 20th before I move on? 21st which 22nd 23rd which ਅਗਲੀਆਂ 3 ਪੌੜੀਆਂ ਜਿਹੜੀਆਂ ਹਨ, let me repeat them again, 21ਵੀਂ 22ਵੀਂ ਤੇ 23ਵੀਂ ਪੌੜੀ ਜਿਹੜੀ ਹੈ ਉਹਨਾਂ ਵਿੱਚ ਇੱਕ ਥੀਮ ਕਾਮਨ ਰਹੇਗਾ। ਉਹ ਥੀਮ ਹੈ ਤੁਹਾਨੂੰ ਵਿਸਮਾਤ ਲੈ ਜਾਣ ਵਾਸਤੇ। ਉਹ ਥੀਮ ਹੈ ਅਰਦਾਸ ਪ੍ਰਮਾਤਮਾ ਅੱਗੇ ਕਰਨ ਵਾਸਤੇ। ਤੇ ਵਿਸਮਾਤ ਤੋਂ ਲਿਜਾਣ ਤੋਂ ਪਹਿਲੇ ਪ੍ਰਮਾਤਮਾ ਅੱਗੇ ਹੱਥ ਜੋੜ ਕੇ ਅਰਦਾਸ ਕਰਦੇ ਹਨ ਇਸ ਅਸ਼ਪਦੀ ਵਿੱਚ ਨੰਬਰ 21 ਦੇ ਕਿ हे ਮੇਰੇ ਦਾਤਾ ਸੁਵਸਤ ਬਾਣੀ ਸੁਵਸਤ ਆਠ ਬਾਣੀ ਬਰਮਾਓ ਸਤ ਸੁਹਾਣ ਸਦਾ ਮਨ ਚਾਓ ਵਾਲਾ ਉਪਦੇਸ਼ ਦਿੰਦੇ ਹਨ। ਜਿਸ ਤਰ੍ਹਾਂ ਕਿਸੇ ਸਾਧੂ ਨੂੰ ਜਾਂ ਕਿਸੇ ਮੰਗਤੇ ਨੂੰ ਜਦੋਂ ਦਾਨ ਮੰਗਣ ਆਉਂਦਾ ਹੈ ਕਿਸੇ ਦੇ ਘਰ, ਦਰਵਾਜ਼ਾ ਖੜਖੜਾਉਂਦਾ ਹੈ ਕਿ ਕੁਝ ਮੈਨੂੰ ਮੇਰੇ ਝੋਲੀ 'ਚ ਕੁਝ ਪਾਓ, ਝੋਲੀ 'ਚ ਪਾਓ ਤੇ ਫਿਰ ਝੋਲੀ ਪਾਉਣ ਤੋਂ ਬਾਅਦ ਕਹਿੰਦੇ ਹਨ, ਫਿਰ ਉਹ ਸੁਵਸਤ ਬਾਣੀ ਦੇ ਮੂੰਹੋਂ ਬਚਨ ਨਿਕਲਦੇ ਹਨ ਉਹਦੇ ਕਿ ਜਾ ਫਿਰ ਤੇਰਾ ਘਰ ਹਮੇਸ਼ਾ ਠੀਕ ਰਵੇ, ਪ੍ਰਮਾਤਮਾ ਹਰ ਸੁੱਖ ਤੁਹਾਨੂੰ ਦੇਵੇ, ਇਸ ਘਰ ਨੂੰ ਕੋਈ ਆਂਚ ਨਾ ਆਵੇ। ਤੇ ਇੱਥੇ ਇਹ ਹੈ ਕਿ हे ਮੇਰੇ ਦਾਤਾ ਮੇਰੀ ਝੋਲੀ ਵਿੱਚ ਨਾਮ ਵਰਗੀ ਦਾਤ ਤੁਸੀਂ ਪਾਓ, ਤੁਸੀਂ ਪਾ ਸਕਦੇ ਹੋ ਜੋ ਪਾਸ ਪਾਓ। ਇਹ ਆਪਣੀ ਆਪ ਮਿਲਣ ਵਾਲੀ ਦਾਤ ਨਹੀਂ ਹੈ। ਜਿੰਨਾ ਮਰਜ਼ੀ ਮੈਂ ਕੋਸ਼ਿਸ਼ ਕਰ ਲਵਾਂ ਇਹ ਦਾਤ ਜਿਹੜੀ ਹੈ ਤੁਸੀਂ ਦੇਣ ਵਾਲੇ ਹੋ, ਹੋਰ ਕੋਈ ਦੇ ਨਹੀਂ ਸਕਦਾ ਇਸ ਦਾਤ। ਇਸ ਵਾਸਤੇ हे ਦਾਤਾ ਮੈਂ ਸਵਸਤ ਬਾਣੀ ਉਚਾਰਾਂ ਤੁਹਾਡੇ ਅੱਗੇ, ਮੈਂ ਵੀ ਕਵਾਂ ਸਤ ਸੁਹਾਣ ਸਦਾ ਮਨ ਚਾਓ ਵਰਗੀ ਅਵਸਥਾ ਮੈਂ ਪ੍ਰਾਪਤ ਹੋਵੇ। ਮੈਂ ਵੀ ਮੇਰੇ ਮੂੰਹ ਵੀ ਸਵਸਤ ਬੋਲ ਉਚਰਨ, ਮੇਰੇ ਮੂੰਹ ਮੇਰੇ ਝੋਲੀ ਵਿੱਚ ਨਾਮ ਦੀ ਦਾਤ ਪਾਓ। ਤੇ ਜੇ ਨਾਮ ਦੀ ਦਾਤ ਪਾਓਗੇ ਤੇ ਮੇਰਾ ਸਭ ਕੁਝ ਠੀਕ ਹੋਏਗਾ। ਤੇ ਨਾਮ ਦੀ ਦਾਤ ਪਾਉਣ ਨਾਲ ਇਤਨੀ ਸੋਝੀ ਆ ਜਾਏਗੀ ਕਿ ਕਰਨ ਕਰਾਉਣ ਵਾਲੇ ਹਰ ਜਗ੍ਹਾ ਤੁਸੀਂ ਬੈਠੇ ਹੋ, ਤੁਹਾਡੇ ਤੋਂ ਸਿਵਾਏ ਹੋਰ ਕੋਈ ਵੀ ਨਹੀਂ ਹੈ ਕਰਨ ਕਰਾਉਣ ਵਾਲਾ, ਤੁਹਾਡੇ ਤੋਂ ਉੱਚਾ ਹੋਰ ਕੋਈ ਵੀ ਨਹੀਂ ਹੈ। ਤੇ ਇਹ ਜਾਕਰ ਥਾ ਸਿੱਠੀ ਕੋ ਸਾਜੇ ਆਪੇ ਜਾਣੇ ਸੋਈ ਕੋ ਬਾਤ, ਕਰਤਾਰ ਤੋਂ ਵੱਡਾ ਹੋਰ ਕੋਈ ਨਹੀਂ, ਅਕਾਲ ਪੁਰਖ ਤੋਂ ਵੱਡਾ ਕੋਈ ਨਹੀਂ ਹੈ, ਤੁਹਾਡੇ ਵਰਗਾ ਹੋਰ ਕੋਈ ਨਹੀਂ ਹੈ। ਇਹ ਮੇਰੇ ਦਾਤਾ ਜੇ ਤੁਹਾਡੇ ਵਰਗਾ ਹੋਰ ਕੋਈ ਨਹੀਂ ਹੈ, ਤੁਸੀਂ ਖੈਰ ਪਾਓ, ਬੰਦਗੀ ਦੀ ਖੈਰ ਆਪਣੀ ਮੇਰੀ ਝੋਲੀ ਵਿੱਚ ਪਾਓ ਤਾਂ ਕਿ ਮੈਂ ਤੁਹਾਡੀ ਇਬਾਦਤ ਕਰ ਸਕਾਂ। ਇਹ ਅਰਦਾਸ ਦੀਆਂ ਪੌੜੀਆਂ ਹਨ ਸਾਰੀਆਂ ਅਗਲੀਆਂ ਵਿਸਮਾਤ ਦੀਆਂ। ਤੇ ਇਹਨਾਂ ਪੌੜੀਆਂ ਵਿੱਚ ਤੁਸੀਂ ਦੇਖੋਗੇ ਕਿ ਅੱਗੇ ਜਾ ਕੇ ਵੀ ਪੌੜੀ ਨੰਬਰ 22 ਵਿੱਚ ਵੀ ਵਿਸਮਾਤ ਦੀ ਅਵਸਥਾ ਕੰਟੀਨਿਊਏਸ਼ਨ ਹੈ। ਅਗਰ ਕਿਸੇ ਨੇ ਡਿਟੇਲ ਪੜ੍ਹਨੀ ਹੈ ਤੇ ਭਾਈ ਸਾਹਿਬ ਭਾਈ ਵੀਰ ਸਿੰਘ ਦੀ ਸੰਥਿਆ ਵਿੱਚ ਇਹਨਾਂ ਪੌੜੀਆਂ ਨੂੰ ਹੋਰ ਡਿਟੇਲ ਨਾਲ ਸਮਝਾਇਆ ਗਿਆ ਹੈ। ਬੜਾ 22ਵੀਂ ਅਸਮਾ ਵਿੱਚ ਵਿਸਮਾਦ ਨਾਲ ਹੋਰ ਕੰਟੀਨਿਊ ਕਰਕੇ ਉੱਥੇ ਇਹ ਦੱਸਿਆ ਨੇ ਕਿ ਨਾਨਕ ਵੱਡਾ ਜਾਣੀਏ ਆਪੇ ਜਾਣੇ ਆਪ, ਉਸ ਤੋਂ ਉਹ ਵੱਡਾ ਸਭ ਤੋਂ ਵੱਡਾ ਆਪ ਹੈ, ਉਸ ਤੋਂ ਵੱਡਾ ਹੋਰ ਕੋਈ ਨਹੀਂ ਹੈ। ਲੱਖਾਂ ਪਾਤਾਲਾਂ ਤੇ ਲੱਖਾਂ ਆਗਾਸ ਤੋਂ ਪਰੇ ਉਹਦਾ ਰਾਜ ਹੈ, ਉਹ ਕਰਨ ਕਰਾਉਣ ਵਾਲਾ ਹੈ, ਹੋਰ ਕੋਈ ਨਹੀਂ। ਉਹਦਾ ਰਾਜ, ਉਹਦੇ ਰਾਜ ਦੀ ਜਿਹੜੀ ਲਿਮਿਟ ਤੁਸੀਂ ਜਾਣ ਨਹੀਂ ਸਕਦੇ, ਉਹਦਾ ਕਿਤਨਾ ਵੱਡਾ ਰਾਜ ਹੈ ਤੁਸੀਂ ਜਾਣ ਨਹੀਂ ਸਕਦੇ। ਉਹ ਵੱਡੇ ਤੋਂ ਵੱਡਾ ਹੈ। ਨਾਨਕ ਵੱਡਾ ਆਖੀਏ, ਉਹ ਵੱਡੇ ਤੋਂ ਵੱਡਾ ਹੈ, ਉਸ ਵੱਡੇ ਤੋਂ ਉੱਚਾ ਹੋਰ ਕੋਈ ਵੱਡਾ ਨਹੀਂ ਹੋਵੇਗਾ। ਤੇ ਇਸ ਵਿਸਮਾਤ ਦੀ ਅਵਸਥਾ ਤੋਂ ਬਾਅਦ 23rd ਵਿੱਚ ਵੀ ਵਿਸਮਾਤ ਦੀ ਅਵਸਥਾ ਹੈ। ਇਹਦੇ ਵਿੱਚ ਦੱਸਦੇ ਹਨ ਕਿ ਇਸ ਵਿਸਮਾਤ ਦੀ ਅਵਸਥਾ ਵਿੱਚ ਆਪਣੇ ਆਪ ਨੂੰ ਉਹਨਾਂ ਨਦੀਆਂ ਨਾਲ ਕੰਪੇਅਰ ਕਰਦੇ ਹਨ, ਜਿਗਿਆਸੂ ਨਾਲ ਕੰਪੇਅਰ ਕਰਦੇ ਹਨ, ਜਿਹੜੀਆਂ ਛੋਟੀਆਂ ਨਾਲੀਆਂ ਜਿਹੜੀਆਂ ਜਦੋਂ ਚਲਦੀਆਂ ਹਨ, ਜਦੋਂ ਹਿਮਾਲय ਦੀ ਚੋਟੀ ਦੇ ਵਿੱਚੋਂ ਜਦੋਂ ਮਿਲ ਕੇ ਇੱਕ ਜਗ੍ਹਾ ਆ ਕੇ ਗੋਮੁਖ ਗੰਗੋਤਰੀ ਕੋਲ ਲਾ ਕੇ ਗੰਗਾ ਬਣ ਜਾਂਦੀ ਹੈ, ਜਦੋਂ ਇੱਕ ਜਗ੍ਹਾ
ਫਿਰ ਉਹ ਗੰਗਾ ਥੋੜੀ ਵੱਡੀ ਹੋ ਜਾਂਦੀ ਹੈ, ਥੱਲੇ ਉਤਰਦੀ ਹੈ, ਥੱਲੇ ਉਤਰ ਕੇ ਸਟਰੈਂਥ ਗੈਦਰ ਕਰਦੀ ਹੈ ਨਾਮ ਦਾ ਸਟਰੈਂਥ ਗੈਦਰ ਕਰਨ ਤੋਂ ਬਾਅਦ ਅੱਗੇ ਜਾ ਕੇ ਉਹਦੇ ਚ ਜਿਹੜੀਆਂ ਉਹਦੀਆਂ ਟ੍ਰਿਬਿਊਟਰੀਜ਼ ਹਨ ਜਿਹੜੀਆਂ ਗੰਗਾ ਦੀਆਂ, ਜਾ ਕੇ ਆਸਤੇ ਆਸਤੇ ਕਰਕੇ ਮਿਲਣੀ ਸ਼ੁਰੂ ਹੋ ਜਾਂਦੀਆਂ ਉਹਦੇ ਵਿੱਚ। ਪਹਿਲੇ ਯਮੁਨਾ ਮਿਲਦੀ ਹੈ, ਫਿਰ ਭਾਗੀਰਥੀ ਮਿਲਦੀ ਹੈ, ਬੜੀਆਂ ਨਦੀਆਂ ਮਿਲਦੀਆਂ ਆ ਕੇ। ਤੇ ਜਦੋਂ ਬੰਗਲਾਦੇਸ਼ ਦੀਆਂ ਉਹਨਾਂ ਗਹਿਰਾਈਆਂ ਵਿੱਚੋਂ ਜਦੋਂ ਉੱਥੇ ਪਹੁੰਚਦੀ ਹੈ ਜਦੋਂ ਗੰਗਾ, ਤੇ ਨਾਮ ਹੀ ਬਦਲ ਜਾਂਦਾ ਉਸ ਨਦੀ ਦਾ, ਤੇ ਉਸ ਨਦੀ ਦਾ ਫਿਰ ਆਰ ਪਾਰਾ ਨਹੀਂ ਨਜ਼ਰ ਆਉਂਦਾ ਕੋਈ, ਇਤਨੀ ਗੈਦਰ ਕਰ ਲੈਂਦੀ ਹੈ ਸਟਰੈਂਥ ਨਿਮਰਤਾ ਛੋ ਕੇ ਉਹ। ਤੇ ਜਦੋਂ ਗੈਦਰ ਕਰ ਲੈਂਦੀ ਹੈ ਸਟਰੈਂਥ, ਜਦੋਂ ਫਿਰ ਆ ਕੇ ਜਦੋਂ ਬੇ ਆਫ ਬੰਗਾਲ ਚ ਮਿਲਦੀ ਹੈ ਜਦੋਂ ਉਹ ਨਦੀ, ਤੇ ਮਹਾਰਾਜ ਕਹਿੰਦੇ ਨੇ ਦੇਖ ਕੋਈ ਫਰਕ ਨਹੀਂ ਰਹਿ ਗਿਆ ਹੁਣ ਮੇਰੇ ਤੇ ਤੇਰੇ ਚ ਕੋਈ। ਇੱਥੇ ਵਰਡ ਆਏ ਹਨ, ਨਦੀਆਂ ਤੇ ਵਾਹ ਪਵੇ ਸਮੁੰਦ ਨਾ ਜਾਣੀਏ। ਨਦੀਆਂ ਨੂੰ ਇਸ ਗੱਲ ਦੀ ਫਿਕਰ ਨਹੀਂ ਹੁੰਦੀ ਜਦੋਂ ਸਮੁੰਦਰ ਨਾਲ ਮਿਲਦੀਆਂ ਹਨ ਕਿ ਸਮੁੰਦਰ ਕਿਤਨਾ ਵੱਡਾ ਹੈ, ਮੈਂ ਕਿਤੇ ਚ ਮਿਲ ਗਈ ਹਾਂ, ਸਮੁੰਦਰ ਦੀ ਗਹਿਰਾਈ ਕਿਤਨੀ ਹੈ। ਉਹ ਇਸ ਗੱਲ ਦੀ ਫਿਕਰ ਨਹੀਂ ਹੁੰਦੀ ਉਹਨਾਂ ਨੂੰ ਖੁਸ਼ੀ ਇਸ ਗੱਲ ਤੇ, ਮਾਣ ਇਸ ਗੱਲ ਤੇ ਮਹਿਸੂਸ ਹੁੰਦਾ ਹੈ ਕਿ ਦੇਖ ਮੇਰੇ ਤੇਰੇ ਚ ਕੋਈ ਫਰਕ ਨਹੀਂ ਰਹਿ ਗਿਆ। ਤਾਈ ਜੇ ਤੇਰੀ ਗਹਿਰਾਈ 80,000 ਫੁੱਟ ਦੀ ਵੀ ਹੋਵੇ, ਡਜ਼ਨਟ ਮੈਟਰ, ਯੂ ਕੈਨ ਨਾਟ ਡਿਸਟਿੰਗੁਇਸ਼ ਮੀ ਫਰਮ ਯੂ ਨਾਓ। ਮੈਂ ਤੇਰੇ ਵਰਗੀ ਹੋ ਗਈ ਹਾਂ ਹੁਣ। ਇੱਕ ਉੱਚ ਕੋਟੀ ਦੇ ਜਿਗਿਆਸੂ, ਉੱਚ ਕੋਟੀ ਦੇ ਬਹੁਤ ਉੱਚ ਕੋਟੀ ਦੇ ਜਿਗਿਆਸੂ ਵਾਸਤੇ ਪੌੜੀਆਂ ਲਿਖੀਆਂ ਗਈਆਂ ਹਨ ਕਿ ਸਮੁੰਦ ਸਾਹ ਸੁਲਤਾਨ ਗਿਰਿਆ ਸੇ ਤੀ ਮਾਲ ਤਨ ਕੀੜੀ ਤੁਲ ਨਾ ਹੋਵੇ। ਤੇ ਜੇ ਸਮੁੰਦਰ ਵਰਗੇ ਗਹਿਰਾਈ ਵੀ ਹੋ ਜਾਏ ਤੇ ਪਹਾੜਾਂ ਵਰਗੇ ਸਮੁੰਦ ਸਾਹ ਸੁਲਤਾਨ ਗਿਰਿਆ ਸੇ ਤੀ, ਮਨੇ ਸਮੁੰਦਰ ਪਹਾੜ ਵਰਗੇ ਮਾਲ ਧਨ ਇਕੱਠਾ ਕਰ ਲਵੇ, ਤੇ ਜੇ ਪ੍ਰਮਾਤਮਾ ਦਾ ਨਾਮ, ਜੇ ਪ੍ਰਮਾਤਮਾ ਦਾ ਭਗਤੀ ਰਸ ਨਹੀਂ ਆਇਆ ਉਹਦੇ ਵਿੱਚ, ਜੇ ਭਗਤੀ ਵਾਲੇ ਪਾਸੇ ਨਹੀਂ ਆਏ ਤੁਸੀਂ, ਤੇ ਤੁਹਾਡੀ ਮੁੱਲ ਕੋਈ ਖਾਸ ਪਏਗਾ ਨਹੀਂ ਅੱਗੇ ਜਾ ਕੇ, ਤੁਹਾਡੀ ਕੋਈ ਕੀਮਤ ਕੋਈ ਬਹੁਤ ਪੈਣੀ ਨਹੀਂ ਅੱਗੇ ਜਾ ਕੇ। ਇਹ ਇਹਨਾਂ 3 ਪੌੜੀਆਂ ਦਾ 21st, 22nd ਤੇ 23rd ਦਾ ਭਾਵ ਹੈ। ਆਪ ਗੁਰੂ ਵਿਸਮਾਦ ਵਿੱਚ ਗਏ ਹਨ ਤੇ ਆਪਣੇ ਗੁਰਸਿੱਖ ਨੂੰ ਵਿਸਮਾਦ ਨਾਲ ਜੋੜਨਾ ਚਾਹੁੰਦੇ ਹਨ। ਹਾਂਜੀ, ਐਨੀ ਕੁਐਸਚਨਸ ਅਪ ਟੂ 23 ਦੀ? ਐਨੀ ਮੈਂ ਖਾਲੀ ਸਾਰ ਦੱਸਦਾ ਪਿਆ ਤੁਹਾਨੂੰ, ਪੂਰੇ ਪੌੜੀ ਜਾਣ ਜਾ ਮੇਰੇ ਕੋਲ I do not have the time to do that, so you can listen to my previous recordings if you want to, or read it up yourself, you know. Any questions on these 3 podies before we move on to number 24 and 25? ਹਾਂਜੀ, ਵਿਸਮਾਦ ਦਾ ਮੈਨੂੰ ਚੰਗੀ ਤਰ੍ਹਾਂ ਐਕਸਪਲੇਨੇਸ਼ਨ ਚਾਹੀਦੀ ਹੈ। ਵਿਸਮਾਦ ਮੈਂ ਫਰਸਟ ਕਲਾਸ ਵਿੱਚ ਪੜਾਇਆ ਸੀ ਉੱਥੇ KCF। ਜਦੋਂ ਬੰਦਾ ਸਟੇਜ ਆਫ ਆ ਵਿੱਚ ਹੁੰਦਾ, ਜਦੋਂ ਕਿਸੇ ਚੀਜ਼ ਨੂੰ ਦੇਖ ਕੇ ਬੰਦਾ ਹੈਰਾਨ ਜਦੋਂ ਰਹਿ ਜਾਏ, ਜਾਂ ਬੰਦੇ ਦੀ ਸੁੱਧ-ਬੁੱਧ ਹੀ ਖਤਮ ਹੋ ਜਾਏ ਦੇਖ ਕੇ, ਕੋਈ ਐਸੀ ਚੀਜ਼ ਦੇਖ ਲੈ ਜਿਹਦੇ ਨਾਲ ਕਿ ਦੇਖ ਕੇ ਬੰਦਾ ਕਹੇ ਯਾਰ ਇਹ ਕੀ ਹੈ ਯਾਰ, ਇਹ ਤੇ ਅਜੀਬੋ-ਗਰੀਬ ਹੀ ਕੰਮ ਹੈ ਬੜਾ। ਭਗਤਾਂ ਦੇ ਮਨ ਵਿੱਚ ਜਦੋਂ ਭਗਤ ਆਪਣੀਆਂ ਬਾਹਰਲੀਆਂ ਅੱਖਾਂ ਖੋਲਦੇ ਹਨ ਤੇ ਸੇਵਾ ਕਰ ਕਰਕੇ ਪਰਮਾਤਮਾ ਨੂੰ ਹਰ ਜ਼ਰੇ ਵਿੱਚ ਦੇਖ ਲੈਂਦੇ ਹਨ, ਜਦੋਂ ਦੀ ਕ੍ਰੀਏਸ਼ਨ ਵਿੱਚ, ਤੇ ਉਹਦੀ ਉਸ ਦੇਖਣ ਦੀ ਅਵਸਥਾ ਦਾ ਸਭ ਤੋਂ ਉੱਪਰਲਾ ਰੂਪ ਵਿਸਮਾਦ ਦਾ ਹੈ। ਜਦੋਂ ਫਿਰ ਉਹਨੂੰ ਫਿਰ ਹਰ ਕ੍ਰੀਏਸ਼ਨ ਦੇ ਵਿੱਚੋਂ, ਹਰ ਚੀਜ਼ ਵਿੱਚੋਂ ਇੱਕੋ ਸੈਂਸ ਆਫ ਔ ਜਿਹੜੀ ਹੈ ਨਜ਼ਰ ਆਉਂਦੀ ਉਹਨਾਂ ਨੂੰ। ਇਹ ਬੜੀ ਉੱਚੀ ਜਿਗਿਆਸੂ ਦੀ ਅਵਸਥਾ ਹੈ। ਮਹਾਰਾਜ ਇਸ ਅਵਸਥਾ ਨੂੰ ਛੂਹਿਆ ਹੈ ਜਪਜੀ ਦੀ ਇਹਨਾਂ ਪੌੜੀਆਂ ਵਿੱਚ, ਤੇ ਆਪਣੇ ਗੁਰਸਿੱਖ ਨੂੰ ਉੱਥੇ ਪਹੁੰਚਾਉਣਾ ਚਾਹੁੰਦੇ ਹਨ। You know, I hope I was clear on that. Otherwise, we can talk about it in a little more depth, you know, when these podies are over, you know. Anybody else has any questions? Anybody comments or questions or something for the podi number 23 tak? ਤੇ 24 ਵਿੱਚ obviously ਉਸ ਪ੍ਰਮਾਤਮਾ ਦੀ ਜਦੋਂ ਇਤਨੀ ਸਿਫਤ ਕਰਨ ਤੋਂ ਬਾਅਦ, ਇਤਨੀ ਉਚਾਈਆਂ ਦੇਖਣ ਤੋਂ ਬਾਅਦ, ਇਤਨੇ ਵਿਸਮਾਦ ਦੀ ਤੇ ਇਤਨੀ ਅਰਦਾਸ ਕਰਨ ਤੋਂ ਬਾਅਦ ਦੱਸਦੇ ਹਨ ਕਿ ਉਸ ਪ੍ਰਮਾਤਮਾ ਦਾ ਕੋਈ ਅੰਤ ਨਹੀਂ ਹੈ। ਉਹਨੂੰ ਕਿਸੇ ਆਪਣੀ ਗਲਵਕੜੀ ਚ ਨਾ ਲਵੋ, ਉਸਨੂੰ ਤੁਸੀਂ ਲਿਮਿਟ ਨਾ ਕਰੋ ਕਿਸੇ ਚੀਜ਼ ਨੂੰ, ਉਸਨੂੰ ਆਪਣੇ ਹੱਦਾਂ ਚ ਨਾ ਪਾਓ, ਉਸਨੇ ਆਪਣੇ ਦਿਮਾਗ ਦੀ ਹੱਦਾਂ ਚ ਨਾ ਪਾਓ, ਉਹਨੂੰ ਆਪਣੀ ਮਾਈਂਡ ਨਾਲ ਨਾ ਸੋਚੋ, ਉਹਨੂੰ ਜ਼ਿਆਦਾ ਤੁਸੀਂ ਸੋਚ ਨਹੀਂ ਸਕਦੇ ਉਹਦੇ ਬਿਨਾਂ, ਉਸਦੇ ਬਾਰੇ ਨਾ ਉਹਨੂੰ ਵੇਖਣ ਨੂੰ ਤੇ ਸੁਣਨ ਨੂੰ ਦੇਖ ਸਕਦੇ ਹੋ, ਨਾ ਉਹਦਾ ਕੀਤਾ ਹੋਇਆ ਆਕਾਰ ਦੇਖ ਸਕਦੇ ਹੋ, ਅੰਤ ਨਾ ਜਾਪੇ ਪਾਰਾਵਾਰ ਉਹਦਾ, ਨਾ ਉਹਦਾ ਆਕਾਰ, ਨਾ ਉਹਦੀਆਂ ਕਿਆਈਆਂ ਹੋਈਆਂ
ਉਸ ਪ੍ਰਮਾਤਮਾ ਦਾ ਅੰਤ ਤੁਸੀਂ ਜਾਣ ਨਹੀਂ ਸਕਦੇ, ਉਸ ਪ੍ਰਮਾਤਮਾ ਦੇ ਅੰਤ ਨੂੰ ਛੂ ਨਹੀਂ ਸਕਦੇ ਹੋ, ਹੈ ਨਾ। ਕਿਉਂਕਿ ਇਹ ਲਾਈਨਾਂ ਮੇਰੀਆਂ ਪਰਸਨਲ ਫੇਵਰੇਟ ਹਨ ਜਪਜੀ ਵਿੱਚ ਕਿ ਵੱਡਾ ਸਾਹਿਬ ਤੇ ਉੱਚਾ ਥਾਂ ਤੇ ਉੱਚੇ ਉੱਪਰ ਉੱਚਾ ਨਾ ਹੋਵੇ। ਉਹ ਤੇ ਸਾਹਿਬ ਤੇ ਵੱਡਾ ਹੈ ਹੀ ਹੈ, ਤੇ ਉਹਦਾ ਥਾਂ ਵੀ ਬਹੁਤ ਉੱਚਾ ਹੈ, ਉਹਦਾ ਥਾਂ ਉੱਚਾ ਹੈ ਬੜਾ। ਥਾਂ ਉੱਚਾ ਹੋਣ ਦੇ ਨਾਲ ਉਸ ਤੋਂ ਵੀ ਉੱਚਾ ਉਹਦਾ ਨਾਮ ਹੈ। ਤੇ ਤਿਸ ਉੱਚੇ ਕੋ ਜਾਣੇ ਸੋਏ, ਜੇਵਟ ਆਪ ਉੱਚੇ ਉੱਪਰ ਏਵਟ ਉੱਚਾ ਹੋਵੇ ਕੋਏ, ਤਿਸ ਉੱਚੇ ਕੋ ਜਾਣੇ ਸੋਏ। ਇਤਨਾ ਉੱਚਾ ਹੋਏਗਾ ਤੇ ਤਾਂ ਉਸ ਉੱਚੇ ਨੂੰ ਜਾਣੇਗਾ ਨਾ। ਜਦੋਂ ਮੇਰੇ ਵਰਗੇ ਤੁਹਾਡੇ ਵਰਗੇ ਪ੍ਰਮਾਤਮਾ ਨੂੰ ਡਿਫਾਈਨ ਕਰਨਾ ਸ਼ੁਰੂ ਕਰ ਦਿੰਦੇ ਹਨ, ਜਦੋਂ ਮੇਰੇ ਤੁਹਾਡੇ ਵਰਗੇ ਜਿਹੜੇ ਹਨ, ਮੈਂ ਜਦੋਂ ਉਹਦੀ ਅਸੀਂ ਹੱਦਾਂ 'ਚ ਪਾਉਣਾ ਸ਼ੁਰੂ ਕਰ ਦਿਆਂ ਵੀ ਇੰਜ ਨਹੀਂ, ਇੰਜ ਹੋ ਰਿਹਾ ਹੈ, ਇੰਜ ਕਿਉਂ ਠੀਕ ਨਹੀਂ ਹੋਇਆ, ਉਹ ਕਿਉਂ ਖਰਾਬ ਹੋਇਆ ਹੈ। ਉਸ ਉੱਚੇ ਦੀਆਂ ਉੱਚਾਈਆਂ ਜਿਹੜੀਆਂ ਹਨ, ਉੱਚਾ ਵਾਲਾ ਜਾਣਦਾ ਹੈ, ਤੁਸੀਂ ਨਹੀਂ ਜਾਣ ਸਕਦੇ, ਇਹ ਮੈਂ ਨਹੀਂ ਜਾਣ ਸਕਦਾ। ਏਵਟ ਉੱਚਾ ਹੋਵੇ ਕੋਈ, ਤਿਸ ਉੱਚੇ ਕੋ ਜਾਣੇ ਸੋਏ। ਤੇ ਜੇਵਟ ਆਪ, ਬਸ ਜਾਣੇ ਆਪ ਹੈ, ਜਿਹੜਾ ਉਹ ਹੈ ਉਹ ਉਸੇ ਨੂੰ ਹੀ ਪਤਾ ਹੈ ਕਿੰਨਾ ਵੱਡਾ ਉਹ ਆਪ ਹੈ। ਨਾਨਕ ਨਦਰੀ ਕਰਮੀ ਦਾਤ, ਨਾਨਕ ਨੂੰ ਸਿਰਫ ਨਦਰ ਚਾਹੀਦੀ ਹੈ ਤੇਰੀ, ਨਾਨਕ ਨੂੰ ਸਿਰਫ ਤੇਰੀ ਕਰਮ ਚਾਹੀਦਾ ਹੈ, ਤੇਰੀ ਮਿਹਰਬਾਨੀ ਚਾਹੀਦੀ ਹੈ। ਨਾਨਕ ਨੂੰ ਤੇਰੀ ਸਿਰਫ ਦਾਤ ਚਾਹੀਦੀ ਹੈ। ਉਹ ਦਾਤ ਕਿਹੜੀ ਹੈ? ਨਦਰ ਹੈ। ਉਹ ਦਾਤ ਕਿਹੜੀ ਹੈ? ਉਹ ਕਰਮ ਦੀ ਦਾਤ ਹੈ। ਇੱਥੇ ਕਰਮ ਫਜ਼ਲ ਹੈ, ਕਰਮ ਇੱਕ ਨਦਰ ਹੈ, ਕਰਮ ਇੱਕ ਮਿਹਰਬਾਨੀ ਹੈ। ਇਹ ਦਾਤ ਮੰਗਦੇ ਹਨ ਨਾਨਕ, ਤੇ ਤੇਰੀ ਨਦਰ ਦੀ ਦਾਤ ਮੇਰੇ ਤੇ ਹੋਵੇ, ਇਹ ਮੇਰੇ ਦਾਤਾ ਹੈ, ਕਿਉਂਕਿ ਤੇਰਾ ਅੰਤ ਕੌਣ ਪਾ ਸਕਦਾ ਹੈ। ਤੇ ਇਸ 24 ਇੰਪੋਰਟੈਂਟ ਪੌੜੀ ਤੋਂ ਬਾਅਦ ਮਾਰੇ ਫਿਰ ਵਿਸਮਾਦ ਵਿੱਚ ਚਲੇ ਜਾਂਦੇ ਹਨ। ਤੇ ਇਹ ਜਿਹੜੀ ਵਿਸਮਾਦ ਦੀ ਅਵਸਥਾ ਅਗਲੀ ਪੌੜੀ ਵਿੱਚ ਜਿਹੜੀ ਆਈ ਹੈ, ਜਿਹੜੀ let me just read a few lines ਉਹਦੇ ਵਿੱਚੋਂ, ਇਹ ਬਹੁਤਾ ਕਰਮ ਲਿਖਿਆ ਨਾ ਜਾਏ, ਕੀ ਡਿਫਾਈਨ ਕਰੇ ਬੰਦਾ ਕਿੰਨਾ ਕਰਮ। ਇਤਨੀ ਕਿਰਪਾ ਹੈ, ਇਤਨੀ ਬਖਸ਼ਿਸ਼ ਹੈ ਕਿ ਡਿਫਾਈਨ ਨਹੀਂ ਕੀਤੀ ਜਾ ਸਕਦੀ। ਤੇ ਵੱਡਾ ਦਾਤਾ ਤਿਲ ਨਾ ਤਮਾਏ, ਨੀ ਤਮਾਂਦਾ, ਇਤਨਾ ਕੁਝ ਦੇ ਕੇ ਵੀ ਉਹ ਤਿਲ ਵਰਗੀ ਚੀਜ਼ ਵੀ ਤੁਹਾਨੂੰ ਐਕਸਪੈਕਟੇਸ਼ਨ ਨਹੀਂ ਰੱਖਦਾ ਵਾਪਸ। ਤੇ ਇਹ ਵੀ ਇਸ ਅਵਸਥਾ ਦੇ ਵਿੱਚ ਜਾ ਕੇ ਜਿਸਨੂੰ ਪ੍ਰਮਾਤਮਾ ਦੀ ਸਿਰਫ ਸਲਾਹ ਦੀ ਦਾਤ ਮਿਲਦੀ ਹੈ ਨਾ, ਜਿਸਨੂੰ ਇਹ ਦਾਤ ਅਰਦਾਸ ਰੂਪ ਵਿੱਚ ਮੰਗੀ ਹੈ ਇੱਥੇ ਉਹਨਾਂ ਨੇ ਆਪ, ਕਿ ਹੇ ਮੇਰੇ ਦਾਤਾ ਮੇਰੀ ਝੋਲੀ ਵਿੱਚ ਇਹ ਦਾਤ ਪਾ ਦਿਓ ਕਿ ਮੈਂ ਤੁਹਾਨੂੰ ਕਦੀ ਭੁੱਲਾ ਨਾ, ਕਦੀ ਮੈਂ ਨਾ, ਤੁਹਾਡੀ ਯਾਦ ਹਮੇਸ਼ਾ ਮੇਰੇ ਅੰਦਰ ਰਵੇ। ਤੇ ਇਸ ਸਿਫਤਸਲਾ ਦੀ ਦਾਤ ਮੇਰੇ ਅੰਦਰ ਝੋਲੀ ਆਟ ਕੇ ਖੜਾ ਹੈ, ਨਾਨਕ ਪਾ ਦਿਓ ਦਾਤ ਹੈ ਵਾਲੀ। ਪਹਿਲੇ ਵੀ ਸਵਸਤ ਬਾਣੀ, ਉੱਥੇ ਵੀ ਸਤ ਸੁਹਾਨ ਸਦਾ ਮਨਚਾਓ ਦੇ ਵਰਡ ਆ ਚੁੱਕੇ ਹਨ ਪਹਿਲੇ। ਤੇ ਇਸ ਪੌੜੀ ਵਿੱਚ ਜਿਹੜੀ ਹੈ ਕਿ ਕਹਿੰਦੇ ਕਿ ਜਿਸ ਨੂੰ ਬਖਸ਼ੇ ਸਿਫਤਸਲਾ, ਉਹ ਨਾਨਕ ਪਾਤਸ਼ਾਹ, ਉਹ ਵੱਡੇ ਤੋਂ ਵੱਡਾ ਰਾਜਾ ਹੈ, ਜਿਹਦੀ ਝੋਲੀ ਵਿੱਚ ਉਹ ਦਾਤ ਪਾਉਂਦਾ ਹੈ ਵਾਲੀ ਸਿਫਤਸਲਾ ਵਾਲੀ ਦਾਤ। ਤੇ ਇਹ ਸਿਫਤਸਲਾ ਵਾਲੀ ਦਾਤ ਜਿਹੜੀ ਹੈ ਮੂਰਖਾਂ ਦੇ ਹੱਥ ਵਿੱਚ ਨਹੀਂ ਆਉਂਦੀ, ਕਿਉਂਕਿ ਕਈ ਲੈ ਕੇ ਮੁਕਰ ਜਾਂਦੇ ਹਨ, ਕਹਿੰਦੇ ਲੈ ਮੂਰਖ ਪਾਏ ਉਹ ਤੇ ਆਏ ਮੁਕਰ ਜਾਏ। ਇਹ ਆਂਦੀ ਹੈ ਉਹਨਾਂ ਦੇ ਹੱਥ ਦਾਤ ਜਿਹੜੇ ਸੁਣਿਆਂ ਦੀ ਅਵਸਥਾ ਤੋਂ ਮੰਨੇ ਦੀ ਅਵਸਥਾ ਚੋਂ ਨਿਕਲ ਕੇ ਪੰਚਾਂ ਦੀ ਅਵਸਥਾ ਵਿੱਚੋਂ ਨਿਕਲ ਕੇ ਆਏ, ਜਿਹੜੇ ਝੋਲੀ ਅੱਡ ਕੇ ਤੇਰੇ ਅੱਗੋਂ ਦਾਨ ਮੰਗਦੇ ਹਨ। ਤੇ ਇਹ ਸਿਫਤਸਲਾ ਦੀ ਦਾਤ ਜਿਹੜੀ ਹੈ ਗੁਰੂ ਨਾਨਕ ਆਪ ਵੀ ਮੰਗਦੇ ਹਨ ਕਿ ਗੁਰਾਂ ਇੱਕ ਦੇ ਬੁਝਾਈ। ਆਏ ਪਹਿਲੇ ਵਰਡ ਆ ਚੁੱਕੇ ਨੇ, ਸਭਨਾ ਤੀਆਂ ਕਾ ਇੱਕ ਦਾਤਾ, ਸੋ ਮੈਂ ਨਾ ਵਿਸਰਾਂ, ਤੂੰ ਨਾ ਵਿਸਾਰੇ ਮੈਨੂੰ, ਤੇ ਮੈਂ ਵੀ ਤੈਨੂੰ ਨਾ ਵਿਸਰਾਂ। ਤੇ ਇਹ ਸਿਫਤਸਲਾ ਦੀ ਦਾਤ ਇੱਥੇ ਜਿਸਨੂੰ ਬਖਸ਼ੇ ਸਿਫਤਸਲਾ ਨਾਨਕ ਪਾਤਸ਼ਾਹ ਦੀ ਦਾਤ ਮੰਗਦੇ ਹਨ। ਤੇ ਪੌੜੀ ਨੰਬਰ 26 ਵਿੱਚ ਉਸ ਪਰਮਾਤਮਾ ਨੂੰ ਤੇ ਪਰਮਾਤਮਾ ਦੇ ਭਗਤਾਂ ਨੂੰ, ਕਿਉਂਕਿ ਜਿਨ੍ਹਾਂ ਨੂੰ ਇਹ ਦਾਤ ਮਿਲ ਜਾਂਦੀ ਹੈ, ਜਿਨ੍ਹਾਂ ਨੂੰ ਇਹ ਦਾਤ ਦੀ ਪ੍ਰਾਪਤੀ ਜਦੋਂ ਹੋ ਜਾਂਦੀ ਹੈ, ਦੇਖੋ ਕਿਸ ਤਰ੍ਹਾਂ ਇਹ ਪੌੜੀਆਂ ਜਪਜੀ ਦੀਆਂ ਕੜੀਆਂ ਵਾਂਗੂ ਚਲਦੀਆਂ ਹੈ। ਜਿਸਨੂੰ ਇਹ ਦਾਤ ਦੀ ਪ੍ਰਾਪਤੀ ਹੋ ਜਾਂਦੀ ਹੈ, ਜਿਸਨੂੰ ਨਾ ਵਿਸਰਨ ਵਾਲੀ ਦਾਤ ਦੀ ਮਿਲ ਜਾਂਦੀ ਹੈ, ਜਿਸਨੂੰ, ਤੇ ਉਹ ਉਸ ਨੂੰ ਪਰਮਾਤਮਾ ਨੂੰ ਦੋਨਾਂ ਨੂੰ ਅਮਲ ਕਿਹਾ ਹੈ ਇੱਥੇ। ਉਹ ਅਮਲ ਹੈ, ਅਮਲ ਦੀ ਅਵਸਥਾ। ਅਮਲ ਮਤਲਬ ਜਿਹਦੀ ਕੀਮਤ ਨਾ ਪੈ ਸਕੇ, ਅਮਲ ਮਤਲਬ ਜਿਹਦੀ ਕੋਈ ਕੀਮਤ ਹੋਏ ਹੀ ਨਾ। ਹੁਣ ਕੋਈ ਪੁੱਛੇ ਤੁਹਾਡੀ ਜਾਨ ਦੀ ਕੀ ਕੀਮਤ ਹੈ, ਕੀ ਦੱਸੋਗੇ? ਇੱਕ ਹੱਥ ਦੀ ਕੀ ਕੀਮਤ ਹੈ, ਉਹਦੀ ਕੋਈ ਵੈਲਿਊ ਲਗਾ ਸਕਦਾ ਕੋਈ? ਅੱਖਾਂ ਦੀ ਕੀ ਵੈਲਿਊ ਹੈ ਜੀ? ਅੱਖਾਂ ਦੀ ਵੈਲਿਊ ਲਗਾਏ ਬੰਦਾ ਵੀ ਮੇਰੀ ਅੱਖਾਂ ਦੇਖ ਸਕਦੀਆਂ ਨੇ, ਇਹਦੇ ਵੇਚਣ ਨੂੰ ਤਿਆਰ ਹੈ, ਕਿਸੇ ਹੋਰ ਨੂੰ ਇਤਨੀ ਪੈਸੇ ਦਿਓਗੇ, ਤੇ ਕੋਈ ਹੈ ਇਹਦੀ ਵੈਲਿਊ?
इसी वास्ते वो अमुल हैं ते जेड़े अमुल दा व्यापार करते हैं अमुल व्यापारीए अमुल भंडार जेड़े जेड़े अमुल नूं देंदे हैं दूसरिਆਂ ਨੂੰ जी दान देंदे हैं जेड़े गुरमुख जन ਜਿਹੜੇ ਦੂਸਰਿਆਂ ਨੂੰ ਪ੍ਰਮਾਤਮਾ ਦੇ ਅੱਗੇ ਨਾਲ ਲਗਾਉਂਦੇ ਹਨ ਉਹ ਆਪ ਅਮੁੱਲ ਹਨ ਕਿਉਂਕਿ ਅਮੁੱਲ ਨਾਲ ਅਮੁੱਲ ਨੂੰ ਜੁੜਦਾ ਹੈ ਇੱਥੇ ਵਰਡ ਆਏ ਹਨ ਅਮੁੱਲ ਆਵੇ ਅਮੁੱਲ ਲੈ ਜਾਏ ਅਮੁੱਲ ਕੋਲ ਆਂਦਾ ਹੈ ਤੇ ਅਮੁੱਲ ਕੋਲ ਆਣ ਦੇ ਨਾਲ ਅਮੁੱਲ ਲੈ ਜਾਂਦਾ ਹੈ ਨਾਲ ਇੱਥੇ ਇੱਥੇ ਟ੍ਰਾਂਸਪੇਰੈਂਸੀ ਹੈ ਅਮੁੱਲ ਦੀ ਟ੍ਰਾਂਸਪੇਰੈਂਸੀ ਦਿਖਾਈ ਹੈ ਅਮੁੱਲ ਦੀ ਤੇ ਅਮੁੱਲ ਦੇ ਨਾਲ ਫਿਰ ਕਿਸੇ ਦੀ ਕੰਪੈਰੀਜ਼ਨ ਨਹੀਂ ਹੈ ਅਮੁੱਲ ਅਮੁੱਲ ਬਣ ਜਾਂਦਾ ਹੈ ਜਿਹੜਾ ਅਮੁੱਲ ਨਾਲ ਜੁੜਦਾ ਹੈ ਉਹ ਅਮੁੱਲ ਬਣ ਜਾਂਦਾ ਹੈ ਉਸ ਅਮੁੱਲ ਦੀ ਬਖਸ਼ਿਸ਼ ਅਮੁੱਲ ਬਖਸ਼ੀਸ਼ ਅਮੁੱਲ ਨਿਸ਼ਾਨ ਫਿਰ ਨਿਸ਼ਾਨ ਵੀ ਚਿਹਰੇ ਤੇ ਅਮੁੱਲ ਦੇ ਪੈ ਜਾਂਦੇ ਹਨ ਉਸ ਤੇ ਉਹ ਅਮੁੱਲ ਆਖਿਆ ਨਾ ਜਾਏ ਆਖ ਆਖ ਰਹੇ ਲਿਵ ਲਾਏ ਜਿਨ੍ਹਾਂ ਦੀ ਅਮੁੱਲ ਨਾਲ ਰਿਲੇਸ਼ਨ ਬਣਦੀ ਹੈ ਉਹ ਲਿਵ ਵਿੱਚ ਰਹਿੰਦੇ ਹਨ ਉਹ ਲਿਵਤਾਰ ਵਿੱਚ ਰਹਿੰਦੇ ਹਨ ਇਹ ਉੱਚੀਆਂ ਅਵਸਥਾ ਦੀ ਜਿਹੜੀਆਂ ਗੱਲਾਂ ਜਿੱਥੇ ਇਸ ਜਪਜੀ ਚ ਆਈਆਂ ਨੇ ਇਹਨਾਂ ਪੌੜੀਆਂ ਵਿੱਚ ਇਹ ਇੱਕ ਉੱਚ ਕੋਟੀ ਦੇ ਜਿਗਿਆਸੂ ਵਾਸਤੇ ਲਿਖੀਆਂ ਗਈਆਂ ਹਨ ਉੱਚ ਕੋਟੀ ਦੇ ਜਿਗਿਆਸੂ ਰਿਲੇਟ ਕਰ ਸਕਦੇ ਹਨ ਇਹਨਾਂ ਨੂੰ ਉੱਚ ਕੋਟੀ ਦੇ ਜਿਗਿਆਸੂ ਜਿਨ੍ਹਾਂ ਦੇ ਫੀਟ ਜਿਹੜੇ ਹਨ ਥੋੜੇ ਵੈਟ ਹਨ ਜਿਹੜੇ ਪ੍ਰਮਾਤਮਾ ਦੇ ਨਾਮ ਦੇ ਨਾਲ ਉਹ ਇਹਨਾਂ ਉੱਚੀਆਂ ਪੌੜੀਆਂ ਨੂੰ ਤੇ ਨਾਲ ਰਿਲੇਸ਼ਨਸ਼ਿਪ ਜਿਹੜੀ ਆਪਣੀ ਐਸਟੈਬਲਿਸ਼ ਕਰ ਦਿੰਦੇ ਹਨ ਤੇ it's 11:34 right now I'm take 5 more minutes so I'm going to end at this podi this time podi which ਜਿਹੜੀ ਸੋਦਰ ਦੀ ਪੌੜੀ ਹੈ 27 all in ਸੋਦਰ ਦੀ ਪੌੜੀਆਂ ਜਿਹੜੀਆਂ ਹਨ ਜਿਹੜੀਆਂ ਉਹਦੇ ਵਿੱਚ ਇੱਕ ਡਿਫਰੈਂਟ ਐਸਪੈਕਟ ਲਿੱਤਾ ਹੈ ਪ੍ਰਮਾਤਮਾ ਦਾ ਉਹ ਹੈ ਕਿ ਉਸ ਨਾਦ ਦੀ ਜਿਹੜਾ ਨਾਦ ਦੁਨੀਆ ਵਿੱਚ ਹਰ ਜਗ੍ਹਾ ਚੱਲ ਰਿਹਾ ਹੈ ਜਿਹੜਾ ਤੇ ਜਦੋਂ ਇਹ ਮੈਂ ਜਦੋਂ ਕਰਾਇਆ ਸੀ ਨੰਬਰ 27 I remember I went through the notes also in the Indian classical music I discussed in depth the relationship between music and spirituality. I discussed in depth in between the कि बाणी ਨੂੰ ਰਾਗਾਂ ਦੇ ਆਧਾਰ 'ਚ ਕਿਉਂ ਵੰਡਿਆ ਗਿਆ ਕੀ ਕਾਰਨ ਸੀ ਮਹਾਰਾਜ ਗੁਰੂ ਨੇ ਇਤਨੀ ਇੰਪੋਰਟੈਂਸ ਰਾਗਾਂ ਨੂੰ ਦਿੱਤੀ ਹੁਣ ਵੀ ਨੋਟਿਸ ਕਰੋਗੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਜਿਹੜਾ 80% ਜਿਹੜਾ ਹਿੱਸਾ ਜਿਹੜਾ ਹੈ ਉਹਦੇ ਜਿਹੜੇ ਚੈਪਟਰ ਜਿਹੜੇ ਹਨ ਉਹ ਰਾਗਾਂ ਦੇ ਹਿਸਾਬ ਦੇ ਨਾਲ ਚੱਲਦੇ ਹਨ ਉਹਨਾਂ ਰਾਗਾਂ ਦਾ ਨਾਮ ਉਸ ਸ਼ਬਦ ਦੇ ਉੱਤੇ ਲਿਖਿਆ ਹੋਇਆ ਹੈ ਸ਼੍ਰੀ ਰਾਗ ਮਹੱਲਾ ਪਹਿਲਾ ਘਰ ਦੂਜਾ ਜਾਂ ਆਸਾ ਮਹੱਲਾ ਪਹਿਲਾ ਘਰ ਛੇਵਾਂ ਦੇਵ ਗੰਧਾਰੀ ਮਹੱਲਾ ਚੌਥਾ ਸੋ ਉੱਥੇ ਹੁਣ ਵੀ ਜਦੋਂ ਕਿਸੇ ਨੂੰ ਕੋਟ ਕਰਨਾ ਹੁੰਦਾ ਕਿਸੇ ਚੀਜ਼ ਨੂੰ ਇਹ ਸ਼ਬਦ ਦੀ ਕੋਟੇਸ਼ਨ ਕੀ ਹੈ ਸ਼ਬਦ ਦੇ ਕੋਟੇਸ਼ਨ ਦਾ ਸਿਰਲੇਖ ਜਿਹੜਾ ਵੈ ਉਹ ਸੰਗੀਤ ਦੇ ਆਧਾਰ ਤੇ ਹੋਇਆ ਹੈ ਸਾਰੇ ਦੀ ਸਾਰੀ ਬਾਣੀ ਦਾ ਸੋ ਸੰਗੀਤ ਨਾਲ ਬਹੁਤ ਵੱਡਾ ਇੱਕ ਅੰਸ਼ ਜੁੜਿਆ ਹੋਇਆ ਹੈ ਜਪਜੀ ਦੀ ਬਾਣੀ ਦਾ ਤੇ ਆਈ ਐਮ ਗੋਇੰਗ ਟੂ ਪਿਕ ਅਪ ਮਾਈ ਪੀਸਸ ਸੋਦਰ ਦੀ ਬਾਣੀ ਤੋਂ ਸੋਦਰ ਦੇ ਸ਼ਲੋਕ ਤੋਂ ਇਸ ਪੌੜੀ ਤੋਂ ਤੇ we'll spend about 5-10 minutes on this particular ਪੌੜੀ ਜਿਹੜੀ ਹੈ ਸੋਦਰ ਦੀ ਤੇ ਨਾ ਸੋਦਰ ਦੀਆਂ ਪੌੜੀਆਂ ਤੋਂ ਬਾਅਦ ਫਿਰ ਜਿਹੜੀਆਂ ਬਾਕੀ ਜਿਹੜੀਆਂ 4-5 ਪੌੜੀਆਂ ਰਹਿੰਦੀਆਂ ਹਨ ਜਿਹੜੀਆਂ ਪਹਿਲੇ ਡਿਸਕਸ ਕਰ ਆਏ ਹਾਂ ਉਹਨਾਂ ਦੀ ਡਿਸਕਸ਼ਨ ਤੋਂ ਬਾਅਦ ਫਿਰ ਜਿੱਥੇ ਨਵੀਂ ਜਿਹੜਾ ਜਰਨੀ ਜਿਹੜੀ ਹੈ ਜਿੱਥੇ ਸ਼ੁਰੂ ਨਹੀਂ ਕੀਤੀ ਜਰਨੀ ਉੱਥੋਂ ਅਸੀਂ ਸ਼ੁਰੂ ਕਰਾਂਗੇ ਸਾਰੀਆਂ ਤੇ ਜਸਟ ਟੂ ਲੈਟ ਯੂ ਨੋ ਕਿ ਇਹ ਪੌੜੀਆਂ ਸੋਦਰ ਦੀਆਂ probably maybe there are other banis and somebody can point it out to me if there is though but mere khayal nal this might be the only place in the Guru Granth Sahib Maharaj di bani which is 3 wari repeat hui hai ਇਹ ਲਾਈਨਾਂ grammatically ਥੋੜਾ ਜਿਹਾ ਫਰਕ ਹੈ ਪਰ 3 ਵਾਰੀ ਰਿਪੀਟ ਹੋਈਆਂ ਇੱਕ ਵਾਰੀ ਜਪਜੀ ਚ ਰਿਪੀਟ ਹੋਈਆਂ ਇੱਕ ਵਾਰੀ ਰਹਿਰਾਸ ਵਿੱਚ ਰਿਪੀਟ ਹੋਈਆਂ ਬਿਗਨਿੰਗ ਆਫ ਗੁਰੂ ਗ੍ਰੰਥ ਸਾਹਿਬ ਜੋ ਬਿਗਨਿੰਗ ਆਫ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਅਗਰ ਪਹਿਲੇ ਅੰਗ ਜਿਹੜੇ ਖੋਲੋਗੇ ਤੇ ਪਹਿਲੇ ਜਪਜੀ ਸਾਹਿਬ ਚ ਇਹ ਵਾਲੀਆਂ ਲਾਈਨਾਂ ਆਣਗੀਆਂ ਫਿਰ ਤੁਸੀਂ ਥੋੜੇ 4-5 ਪੇजेस ਬਾਅਦ 6 ਪੇजेस ਬਾਅਦ ਰਹਿਰਾਸ ਤੇ ਜਿੱਥੇ ਆਏਗੀ ਜਿੱਥੇ ਸੋਦਰ ਦੀ ਬਾਣੀ ਵਿੱਚ ਸੋਦਰ ਦੀਆਂ ਪੌੜੀਆਂ ਫਿਰ ਉੱਥੇ ਵੀ ਆਣਗੀਆਂ ਸੋਦਰ ਦੀਆਂ ਪੌੜੀਆਂ ਤੇ ਮਨੋ ਨਾ ਮਨੋ ਫਿਰ ਅੱਗੇ ਜਾ ਕੇ ਆਸਾ ਵਾਲਾ ਚੈਪਟਰ ਜਿਹੜਾ ਚੱਲੇਗਾ ਜਦੋਂ ਅੱਗੇ ਜਾ ਕੇ ਉਹ ਪੇਜ ਨੰਬਰ ਮੈਨੂੰ ਪਤਾ ਨਹੀਂ if somebody has a page number they can share with me 400 something ਤੇ ਹੋਏਗਾ something like that ਉੱਥੇ ਆਸਾ ਮਹੱਲਾ ਪਹਿਲਾ ਸੋਦਰ ਦੀ ਬਾਣੀ ਦੇ ਥੱਲੇ ਫਿਰ ਸਿਰਲੇਖ ਆਏਗਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ ਅੱਗੇ ਜਾ ਕੇ ਫਿਰ ਸੋਦਰ ਦੀਆਂ ਪੌੜੀਆਂ ਦੁਬਾਰਾ ਚੱਲਣਗੀਆਂ just to tell you how important these ਪੌੜੀਆਂ are though ਔਰ ਮੀਨਿੰਗ ਤੇ ਇਹਦੇ ਕੋਈ ਸਮਝਾ ਨਹੀਂ ਸਕਦਾ ਮਾਈ ਦਾ ਲਾਲ ਭਾਈ ਸਾਹਿਬ ਭਾਈ ਵੀਰ ਸਿੰਘ ਨੇ ਆਪਣਾ ਜ਼ੋਰ ਸਾਰੇ ਨੇ ਲਾਇਆ ਹੈ ਜਰਾ
ਪਰ ਇਹਦੇ ਮੀਨਿੰਗ ਦੀਆਂ ਡੈਪਥ ਜਿਹੜੀਆਂ ਹਨ ਇਸ ਸੋਦਰ ਦੀਆਂ ਪੌੜੀਆਂ ਦੀਆਂ ਡੈਪਥ ਜਿਹੜੀ ਹੈ ਉਹ ਅਲੱਗ ਕਿਸਮ ਦੀ ਡੈਪਥ ਹੈ। ਬਹੁਤ ਉੱਚ ਕੋਟੀ ਦੇ ਜਿਗਿਆਸੂ, ਉੱਚ ਕੋਟੀ ਦੇ ਸੰਗੀਤਕਾਰ ਵਾਸਤੇ ਲਿਖੀਆਂ ਗਈਆਂ ਹਨ ਪੌੜੀਆਂ, ਕਿਉਂਕਿ ਇੱਥੇ ਵਰਡ ਪਾਵਰਫੁਲ ਹਨ ਬੜੇ। ਇੱਥੇ ਵਰਡ ਇਹ ਹੈ ਕਿ ਗਾਉਂਦੇ ਤੇ ਤੈਨੂੰ ਸਾਰਾ ਸੰਸਾਰ ਤੇਰੇ ਗੁਣ ਗਾ ਰਿਹਾ ਹੈ, ਪਰ ਹੋਰ ਤੁਧਨੂੰ ਗਾਵਣ ਸੇ ਮੈਂ ਚਿਤ ਨਾ ਆਵਣ। ਪਰ ਇਹ ਆਪਣੀ ਲਿਸਟ ਨੂੰ ਸੀਮਿਤ ਨਹੀਂ ਰੱਖਿਆ, ਉਹਨਾਂ ਨੇ ਕਿਹਾ ਕਿ ਹੋਰ ਪਤਾ ਨਹੀਂ ਕੌਣ ਕਰ ਰਿਹਾ ਜਿਹੜੇ ਮੇਰੇ ਖਿਆਲ 'ਚ ਨਹੀਂ ਆ ਰਹੇ ਗੱਲ, ਉਹਨਾਂ ਦੇ ਵੀ ਜ਼ਿਕਰ ਆਇਆ ਹੈ ਇੱਥੇ। ਤੇ ਇਹ ਪੌੜੀਆਂ ਜਿਹੜੀਆਂ ਹਨ ਸੋਦਰ ਦੀਆਂ, ਇਹ ਸ਼ੁਰੂ ਤੋਂ ਗੁਰਮਤਿ ਸੰਗੀਤ 'ਚ ਮਰਿਆਦਾ ਰਹੀ ਹੈ ਇਹਦੀ। ਹੁਣ ਤੱਕ ਦਰਬਾਰ ਸਾਹਿਬ ਸ਼ਾਮੀ ਸੋਦਰ ਦੀ ਚੌਂਕੀ ਲੱਗਦੀ ਹੈ, ਬਾਕਾਇਦਾ ਲੱਗਦੀ ਹੈ, ਰੋਜ਼ ਲੱਗਦੀ ਹੈ, ਹਰ ਵੱਡੇ ਗੁਰਦੁਆਰੇ 'ਚ ਲੱਗਦੀ ਹੈ, ਬੰਗਲਾ ਸਾਹਿਬ ਲੱਗਦੀ ਹੈ, ਸੀਸਗੰਜ ਸਾਹਿਬ ਲੱਗਦੀ ਹੈ, ਹਰ ਵੱਡੇ ਤਖਤਾਂ ਤੇ ਲੱਗਦੀ ਹੈ ਸੋਦਰ ਦੀ ਚੌਂਕੀ। ਤੇ ਸੋਦਰ ਦੀ ਚੌਂਕੀ ਇਜ਼ ਅ ਵੈਰੀ ਇੰਪੋਰਟੈਂਟ ਚੌਂਕੀ ਇਨ ਦ ਈਵਨਿੰਗ, ਐਂਡ ਬਿਲੀਵ ਮੀ ਆਰ ਨਾਟ, ਹਾਲੇ ਵੀ ਪੁਰਾਤਨ ਕੀਰਤਨੀਏ ਇਸ ਸੋਦਰ ਦੀ ਬਾਣੀ ਨੂੰ ਆਸਾ ਵਿੱਚ ਗਾਉਂਦੇ ਹਨ। ਅਸੀਂ ਵੀ ਸਿੱਖੀ ਹੋਈ ਹੈ ਸੋਦਰ ਦੀ ਜਦੋਂ ਅਸੀਂ ਕੀਰਤਨ ਵਰਕਸ਼ਾਪ ਵਿੱਚ ਸਾਰੀਆਂ ਚੌਕੀਆਂ ਸਿੱਖੀਆਂ, ਸੋਦਰ ਦੀ ਚੌਕੀ ਅਸੀਂ ਸਿੱਖੀ ਹੋਈ ਹੈ, ਆਸਾ 'ਚ ਗਾਉਂਦੇ ਹਾਂ ਅਸੀਂ ਵੀ ਇਹਨੂੰ। ਔਰ ਹਰ ਵੱਡੇ ਰਾਗੀ ਪੁਰਾਤਨ ਗਾਣ ਦਾ ਸਟਾਈਲ ਆਸਾ ਵਿੱਚ ਸੀ, ਸੋ ਹੁਣ ਵੀ ਆਸਾ ਸ਼ਾਮੀ ਗਾਈ ਜਾਂਦੀ ਹੈ ਪੌੜੀ। ਤੇ ਇਹ ਪੌੜੀ ਦੇ ਜਦੋਂ ਐਂਡ ਹੁੰਦੀ ਹੈ ਤਾਂ ਫਤਿਹ ਬੁਲਾਈ ਜਾਂਦੀ ਹੈ, ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਤੋਂ ਬਾਅਦ ਫਿਰ ਸੋਦਰ ਤੇਰਾ ਕਿਹਾ ਸੋ ਕਰਕੇ ਹੈ ਤੋਂ ਬਾਅਦ ਜਦੋਂ ਇਹ ਖਤਮ ਹੁੰਦੀਆਂ ਹਨ ਫਿਰ ਰਹਿਰਾਸ ਸ਼ੁਰੂ ਹੁੰਦੀ ਹੈ। ਉਤੋਂ ਰਹਿਰਾਸ ਦਾ ਪਾਠ ਜਿਹੜੇ ਹਨ ਭਾਈ ਸਾਹਿਬ ਫਿਰ ਰਿਸਾਈਟ ਕੀਤੀ ਜਾਂਦੀ ਹੈ, ਰਹਿਰਾਸ ਦੀ ਰੈਸੀਟੇਸ਼ਨ ਉਤੋਂ ਸ਼ੁਰੂ ਹੁੰਦੀ ਹੈ। So anybody has any questions on up to the Sodar di Podiyan tak? I will discuss it a little bit more on that, but in the next week's discussion. And any issues up to Podi number 27 tak, you know, I think I have 4 or 5. I think I have to number, if I'm not wrong, I think I would go up to number 31, 32 tak. I think ਅਸੀਂ discuss ਕਰ ਰਹੇ ਹਾਂ। ਤੇ ਉਸ ਤੋਂ ਬਾਅਦ ਫਿਰ we will start the brand new ਜਿਹੜੀਆਂ ਨਹੀਂ ਹੋਈਆਂ ਉਹ ਫਿਰ 38 ਪੌੜੀਆਂ ਸੇ ਖਤਮ ਕਰਾਂਗੇ। ਹਾਂਜੀ, any questions so far ji what we have discussed today, any podi from where we started to where we ended, you know, if you have any questions please unmute yourself and ask me. I tell you, out of everything I say that I discuss and I try to, Japji is the only one. It still shakes me up, you know, because I think this is still the most difficult Bani to talk about. आप समझ लेनी होर गल है, आप पढ़ लेना वो different है, आप पढ़ के दूसरों को समझाना वो अलग चीज है, you know. That is definitely not the easiest thing in the world to do. So anybody has any questions, or otherwise I'll end the class if nobody has any questions, or either from the classroom at KCF or people who are on Zoom. Anybody? ਹਾਂਜੀ, ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਵੀਰ ਜੀ, ਮੇਰਾ ਕੁਐਸਚਨ ਆ ਵੀ ਆਪਣੇ ਗੁਰੂ ਨਾਨਕ ਦੇਵ ਜੀ ਨੇ ਬਾਣੀ ਦੇ ਵਿੱਚ ਆਪਦਾ ਨਾਂ ਕਾਹਤੇ ਵਰਤਿਆ? ਉਹ ਫਰਮ ਪ੍ਰੈਕਟੀਕਲ ਪੁਆਇੰਟ ਆਫ ਵਿਊਜ਼ ਮੈਨੀ ਟਾਈਮਸ ਉਹਦੇ ਵਿੱਚ ਉਹਨਾਂ ਨੇ ਬਾਣੀ 'ਚ ਲਿਖਿਆ ਹੈ ਨਾਨਕ, ਤੇ ਉਹਦਾ ਕੀ ਕਾਰਨ ਆ? ਕਿਤੇ ਮਤਲਬ ਸਮਝ ਨਹੀਂ ਆਈ ਮੈਨੂੰ I didn't understand. Can you repeat your question? ਮੈਨੂੰ ਸਮਝ ਨਹੀਂ ਆਈ। ਹਾਂਜੀ, ਮੇਰੀ ਆਵਾਜ਼ ਸੁਣ ਰਹੀ ਹੈ ਤੁਹਾਨੂੰ? ਹਾਂ, ਹੁਣ ਕਲੀਅਰ ਹੈ। ਹੁਣ ਜਾਨ ਜੀ ਇੱਕ ਵਾਰੀ ਹੋਰ ਰਿਪੀਟ ਕਰੋ ਮੈਨੂੰ ਸਲੋਲੀ। ਹਾਂਜੀ, ਗੁਰੂ ਨਾਨਕ ਦੇਵ ਜੀ ਨੇ ਬਾਣੀ ਦੇ ਵਿੱਚ, ਆਪਣੀ ਬਾਣੀ ਦੇ ਵਿੱਚ ਆਪਣਾ ਨਾਂ ਵਰਤਿਆ ਕਈ ਵਾਰ, ਹੇ ਨਾਨਕ, ਤੇ ਉਹਦਾ ਕੀ ਮਤਲਬ ਆ? ਇਟਸ ਜਸਟ ਫਰਮ ਅ ਪ੍ਰੈਕਟੀਕਲ ਪੁਆਇੰਟ ਆਫ ਵਿਊ ਔਰ ਇਜ਼ ਅ ਮਚ ਡੀਪਰ ਮੀਨਿੰਗ? Let me address this question when I'm at KCF next week, though. हाले भी मैंने question दी clarity नहीं हो पाई. Are you saying कि नानक word क्यों आया है बाणी विच? Is that what your question is? अपना छाप लगाने वास्ते? ਹਾਂਜੀ ਹਾਂਜੀ, of course अपनी stamp है उस बाणी दे उत्ते। नानक नाम लेवा stamp है, या नानक 3 तरह दे spelling आए हैं वीर जी नानक दे। एक दा नानक दा कक्का मुक्ता है, एक तो नानक दे कक्के नूं औंकड़ है, और एक नानक दे कक्के नूं सिहारी है। So 3 different grammatical forms आए हैं नानक दे। If your question is कि उन्होंने अपना उत्थे क्यों लगाया, नाम क्यों आया है खाली नानक, तो definitely is a stamp है उत्थे बाणी दी। Yeah, definitely that is a tradition, दो कि जड़ा लिखदा है कि हाँ
Nanak is trying to say this or this, hey Nanak, depend on ਉਹ ਕਿਹੜਾ ਔਂਕੜ ਵਾਲਾ ਨਾਨਕ ਆਇਆ ਹੈ ਜਾਂ ਸਿਹਾਰੀ ਵਾਲਾ ਆਇਆ ਜਾਂ ਮੁਕਤੇ ਵਾਲਾ ਨਾਨਕ ਆਇਆ ਹੈ, ਪਰ ਨਾਨਕ ਨਾਮ ਲੇਵਾ ਉਥੇ ਬਾਣੀ ਦੀ ਛਾਪ ਹੈ ਉਥੇ ਆ। So but is your question based on a grammatical issue ਕਿ ਕੱਕੇ ਨੂੰ ਸਿਹਾਰੀ ਕਿਉਂ ਲਗਾਈ ਹੈ, ਕਿਤੇ ਔਂਕੜ ਕਿਉਂ ਲੱਗਿਆ? Is that what your question was? ਨਹੀਂ ਹਾਂਜੀ ਮੇਰਾ that- ਕੁਐਸਚਨ ਇਹੀ So that was not your question. ਹਾਂਜੀ ਮੇਰਾ ਕੁਐਸਚਨ ਇਹੀ ਸੀ ਵੀ ਗੁਰੂ ਨਾਨਕ ਦੇਵ ਜੀ ਨੇ ਆਪਣਾ ਨਾਮ ਕਾਹਤੇ ਵਰਤਿਆ? Because ਆਪਣਾ ਨਾਮ ਦੀ ਛਾਪ ਲਗਾਉਣ ਵਾਸਤੇ, ਐਬਸੋਲੂਟਲੀ, ਤੇ ਨਾਮ ਦੀ Okay. ਛਾਪ ਨਾਲ ਲਗਾਉਂਦੇ ਤੇ ਕੋਈ ਵੀ ਬਾਣੀ ਕਿਧਰੇ ਵੀ ਐਡ ਕਰਕੇ ਲੱਖ ਲੈਂਦਾ ਕੋਈ। ਔਰ ਤੁਸੀਂ ਨੋਟਿਸ ਕਰੋਗੇ ਕਿਉਂਕਿ ਅੱਗੇ ਜਾ ਕੇ ਗੁਰੂਆਂ ਨੇ ਉਹੀ ਜੋਤ ਅੱਗੇ ਗਈ ਹੈ ਅੱਗੇ, ਇਸ ਵਾਸਤੇ ਅਗਲੀ ਗੁਰੂ ਦੇ ਮਹਾਰਾਜ ਦੀ ਬਾਣੀ ਵਿੱਚ ਨਾਨਕ ਵਰਡ ਆਏਗਾ, ਗੁਰੂ ਦੇ ਮਹਾਰਾਜ ਦੀ ਬਾਣੀ ਵਿੱਚ ਨਾਨਕ ਵਰਡ ਆਏਗਾ, of course. Absolutely. Also the other Bhagats use their names too, so it's common practice. That's right. ਸਾਰੇ ਭਗਤਾਂ ਨੇ ਆਪਣੇ ਨਾਮ ਯੂਜ਼ ਕੀਤੇ, ਕਬੀਰ ਜੀ ਵੀ ਨੇ ਯੂਜ਼ ਕੀਤਾ ਹੈ। ਮੈਨੂੰ ਤਾਂ ਲੱਗਦਾ ਕਿਉਂਕਿ ਨਾਨਕ ਜੀ ਨੇ ਲਿਖੀ ਹੈ ਨਾ, ਗੁਰੂ ਨਾਨਕ ਨੇ ਸਾਰੀ ਬਾਣੀ ਲਿਖੀ ਹੈ, ਜਪਜੀ ਸਾਹਿਬ ਔਰ ਸਾਰਾ ਕੁਝ। ਤੇ ਦੇਖੋ ਉਹ ਜਦੋਂ ਗੁਰੂ ਨਾਨਕ ਜੀ ਨੇ ਲਿਖੀ ਹੈ, ਉਹਨਾਂ ਨੇ ਇੰਝ ਤਾਂ ਨਹੀਂ ਨਾ ਸੋਚ ਕੇ ਲਿਖਿਆ ਕਿ ਵੀ ਮੈਂ ਹੁਣ ਵਾਹਿਗੁਰੂ ਨੂੰ ਮਿਲਿਆ ਹੈ ਜਾਂ ਮਿਲ ਰਿਹਾ ਹੈ। ਦੇਖੋ ਉਹਨਾਂ ਨੂੰ ਤਾਂ ਉੱਪਰੋਂ ਰੱਬ ਨਾਲ ਜਦੋਂ ਵਾਹਿਗੁਰੂ ਨਾਲ ਮਿਲ ਗਏ ਉਹ ਬਾਣੀ। ਦੇਖੋ ਸਾਰੀ ਜਿੰਨੀ ਬਾਣੀ ਉਹਨਾਂ ਲਿਖੀ ਗੁਰੂ ਨਾਨਕ ਦੇਵ ਜੀ ਨੇ ਇੱਕ ਪੋਇਟਰੀ ਵਿੱਚ ਲਿਖੀ ਹੈ, ਜੋ ਉਹਨਾਂ ਨੂੰ ਉੱਪਰੋਂ ਆਉਂਦਾ ਗਿਆ ਉਸ ਨਾਮ ਦਾ, ਏਕ ਓਕਾਰ ਦਾ, ਜਦੋਂ ਉਹਨਾਂ ਵਿੱਚ ਆ ਗਿਆ, ਉਹਨਾਂ ਨੂੰ ਉਹ ਜਾਗਰਤ ਆ ਗਈ, ਉਹਨਾਂ ਨਾਲ ਇੱਕ ਹੋ ਗਿਆ ਪਰਮਾਤਮਾ ਨਾਲ। ਤੇ ਨਾਨਕ I think ਵਿਜੀ ਤੁਸੀਂ ਆਪਣਾ ਨਾਮ ਦੱਸੋਗੇ? ਮੈਂ I forgot your name. ਜਿਹਨਾਂ ਨੇ ਕੁਐਸਚਨ ਪੁੱਛਿਆ ਹੋਣੇ ਮੈਨੂੰ ਨਾਨਕ ਨਾਮ ਬਾਰੇ। ਕਿ ਉਹ ਜਦੋਂ ਫਿਰ ਲਿਖਦੇ ਨੇ ਜਿਵੇਂ ਇੱਕ ਸਟੈਂਜਾ ਲਿਖਿਆ ਹੈ। No, let me try to say something else though. ਵਿਜੀ ਨੇ ਕੁਐਸਚਨ ਪੁੱਛਿਆ, ਤੁਹਾਡਾ ਨਾਮ ਕੀ ਸੀ ਵਿਜੀ? ਮੈਨੂੰ I forgot your name. Can you repeat your name? ਪ੍ਰੀਤ ਜੀ। Is that ਤੁਹਾਡੇ ਮਨ 'ਚ ਇਹ ਖਿਆਲ ਆ ਰਿਹਾ ਹੈ ਕਿ ਉਹਨਾਂ ਨੇ ਆਪਣਾ ਨਾਮ ਕਿਉਂ ਲਿਖਿਆ ਹਰ ਜਗ੍ਹਾ? Is that what your question was? ਹਾਂਜੀ ਖੁੱਲ ਕੇ ਗੱਲ ਦੱਸੋ ਮੈਨੂੰ। ਸੌਰੀ ਜੇ ਮੇਰਾ ਇਹਦਾ ਨਾਨਕ ਕਿਉਂਕਿ ਨਾਮ ਆਪੇ ਛਾਪ ਲਗਾਈ ਹੈ ਨਾ, ਨਾਨਕ ਨਾਮ ਬਾਣੀ ਦੀ ਛਾਪ ਲਗਾਈ ਹੈ ਉੱਥੇ। ਆਫ ਕੋਰਸ, ਐਬਸੋਲੂਟਲੀ। ਹੁਣ ਵੀ ਕੋਈ ਆਥਰ ਲਿਖਦਾ ਹੈ ਕੋਈ ਬੁੱਕ ਜਿਹੜੀ ਹੈ, ਕੁਝ ਲਿਖਦਾ ਹੈ, ਉਹਦੇ ਉੱਤੇ ਉਹਦੀ ਛਾਪ ਹੁੰਦੀ ਹੈ ਉਹਦੀ ਕਿ ਹਾਂ, ਤਾਂ ਕਿ ਕੋਈ ਗਲਤ ਕੋਈ ਰੈਫਰੈਂਸ ਨਾ ਕਰ ਸਕੇ ਉਸਨੂੰ, ਕੌਣ ਹੈ ਲਿਖਣ ਵਾਲਾ। ਕਬੀਰ ਸਾਹਿਬ ਦੀ ਬਾਣੀ ਤੇ ਕਬੀਰ ਸਾਹਿਬ ਦਾ ਛਾਪ ਹੈ, ਨਾਨਕ ਜੀ ਦੀ ਬਾਣੀ ਦਾ ਗੁਰੂ ਨਾਨਕ ਦੇਵ ਜੀ ਦਾ ਛਾਪ ਹੈ, ਸਾਰੇ ਗੁਰੂਆਂ ਦੀ ਪਹਿਲੇ 9 ਗੁਰੂਆਂ ਦੀ ਬਾਣੀ ਦਾ ਨਾਨਕ ਨਾਮ ਲੇਵਾ ਛਾਪ ਹੈ। ਉਸੇ ਤਰ੍ਹਾਂ ਭਗਤ ਨਾਮਦੇਵ ਜੀ ਦੀ ਬਾਣੀ ਦਾ ਭਗਤ ਨਾਮ ਜੀ ਦਾ ਛਾਪ ਹੈ। ਤੇ ਜਿਸ ਤਰ੍ਹਾਂ ਜਿਹੜੇ ਭਗਤਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸ਼ਾਮਿਲ ਨਹੀਂ ਹੋਈ, ਜਿਨ੍ਹਾਂ ਦੀ ਬਾਣੀ ਫॉर ਐਗਜ਼ਾਮਪਲ ਤੁਲਸੀਦਾਸ ਹਨ, ਕੋਈ ਹੋਰ ਹਨ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ 'ਚ ਨਹੀਂ, ਉਹਨਾਂ ਦੀ ਆਪਣੀ ਲਿਖਤਾਂ ਵਿੱਚ ਹੀ ਉਹਨਾਂ ਭਗਤਾਂ ਦਾ ਛਾਪ ਹੈ। ਸੋ this was a tradition those days and this was a good thing they did because then you know कि कौन लिखारी कौन है। That doesn't still necessarily mean Virji ki I can still write a piece of poetry and put Nanak Naam there and therefore I can still cheat though, if that's what your questioning is, you know। But us wale common si hun bhi common hai ki poetry de vich especially ਜਿਹੜੀ ਇਸ ਤਰ੍ਹਾਂ ਦੀ poetry ਹੋਵੇ ਉਹਦੇ ਵਿੱਚ ਨਾਨਕ, ਪਰ ਬਹੁਤ ਜਗ੍ਹਾ ਜਿਹੜਾ ਨਾਨਕ ਜਿਹੜਾ ਹੈ ਵਰਡ ਦਾ, ਜਦੋਂ ਆਥਰ ਦੀ ਤਰ੍ਹਾਂ ਨਾਨਕ ਆਏਗਾ, ਜਦੋਂ ਕੁਝ ਕਹਿਣਗੇ, ਜਦੋਂ if Nanak will say, so for example ਜਿੱਥੇ word ਆਏਗਾ ਪ੍ਰਣਵਤ ਨਾਨਕ, you know, ਕਈ ਵਾਰੀ word ਆਉਂਦੇ ਨੇ, you know, ਜਾਂ ਨਾਨਕ ਕੁਝ ਕਹਿਣਗੇ ਜਦੋਂ, ਜਾਂ ਨਾਨਕ ਦੇ ਖਿਆਲ ਹਨ ਆਪਣੇ, ਉੱਥੇ ਨਾਨਕ ਦੇ ਕੱਕੇ ਨੂੰ ਔਂਕੜ ਲੱਗੇਗਾ। ਹਾਂਜੀ, ਤੇ ਜਿੱਥੇ ਨਾਨਕ ਦਾ ਕੱਕਾ ਮੁਕਤਾ ਦੇਖੋਗੇ ਪ੍ਰੀਤ ਜੀ, ਉੱਥੇ word ਆਣਗੇ ਹੈ ਨਾਨਕ, as if ਪ੍ਰਮਾਤਮਾ is telling you, ਹੈ ਨਾਨਕ ਇਸ ਤਰ੍ਹਾਂ ਨਹੀਂ, ਇਸ ਤਰ੍ਹਾਂ ਹੈ। ਉੱਥੇ ਵੀ ਉਹਨਾਂ ਨੇ ਆਪਣੇ ਆਪ ਨਾਲ ਨਾਨਕ ਨੂੰ ਨਹੀਂ ਜੋੜਿਆ, ਉੱਥੇ ਨਾਨਕ ਵਰਡ ਅਗਰ ਤੁਹਾਨੂੰ ਕਾਰਕ ਦੀ ਸੋਝੀ ਹੈ ਥੋੜੀ ਬਹੁਤ, ਅਗਰ ਮੇਬੀ ਵੀ ਕੈਨ ਡਿਸਕਸ ਇਟ ਇਨ ਮੋਰ ਡੈਪਥ, ਯੂ ਨੋ, the 8th ਜਿਹੜੇ 8 ਤਰ੍ਹਾਂ ਦੇ ਕਾਰਕ ਜਿਹੜੇ ਹਨ, ਇਹ ਸਭ ਤੋਂ ਅਖੀਰਲਾ ਫਾਰਮ ਆਫ ਕਾਰਕ ਉਹਨਾਂ ਨੇ ਲਗਾਇਆ ਹੈ। ਹਾਂਜੀ, ਅਖੀਰਲੇ ਫਾਰਮ ਆਫ ਕਾਰਕ ਵਿੱਚ ਥਰਡ ਪਰਸਨ ਹੋ ਜਾਂਦਾ ਹੈ ਆਲਮੋਸਟ। ਸੋ ਫॉर ਐਗਜ਼ਾਮਪਲ ਹੈ ਨਾਨਕ ਇੰਜ ਨਹੀਂ, ਇੰਜ ਹੈ ਗੱਲ, ਐਜ਼ ਇਫ ਪ੍ਰਮਾਤਮਾ ਕਹਿ ਰਿਹਾ ਹੈ। ਰਿਮੈਂਬਰ ਅਸੀਂ ਬਿਲੀਵ ਕਰਦੇ ਹਾਂ ਸਾਡੀ ਟ੍ਰੈਡੀਸ਼ਨ ਦੇ ਵਿੱਚ ਕਿ ਇਹ ਬਾਣੀ ਜਿਹੜੀ ਹੈ ਨਾਜ਼ਰ ਹੋਈ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਜਿਹੜੀ ਹੈ ਗੁਰੂ ਨਾਨਕ ਦੇਵ ਜੀ ਨੂੰ। ਹਾਂਜੀ, ਜੈਸੀ ਮੈਂ ਆਵੇ ਖਸਮ ਕੀ ਬਾਣੀ ਤੈਸਰਾ ਕਰੀ। ਸੋ ਜਿਸ ਤਰ੍ਹਾਂ ਉਹਨਾਂ ਨੂੰ ਰਿਵੀਲ ਹੋਇਆ, ਔਰ ਰਿਵੀਲ ਉਸੀ ਨੂੰ ਹੁੰਦਾ ਜਿਹੜਾ ਇੱਕ ਮਿਕ ਹੋਵੇ, ਉਸ ਨੂੰ ਰਿਵੀਲ ਹੁੰਦੀ ਹੈ ਉਹ ਚੀਜ਼।
ਜਿਸ ਤਰ੍ਹਾਂ ਉਹਨਾਂ ਨੂੰ ਰਿਵੀਲ ਹੋਇਆ ਉਸ ਤਰ੍ਹਾਂ ਉਹਨਾਂ ਨੇ ਅੱਗੇ ਲਿਖਿਆ। ਇਸ ਵਾਸਤੇ ਐਂਡ ਦੈਟ ਇਜ਼ ਦ ਰੀਜ਼ਨ ਵੀਰ ਜੀ ਕਿ ਬਾਣੀ ਨੂੰ ਪਰਮਾਤਮਾ ਦਾ ਦਰਜਾ ਦਿੱਤਾ ਗਿਆ ਹੈ, ਬਾਣੀ ਨੂੰ ਨਾਮ ਦਾ ਦਰਜਾ ਦਿੱਤਾ ਗਿਆ ਹੈ। ਆਈ ਥਿੰਕ ਗੁਰਬਾਣੀ ਚ ਇੱਕ ਜਗ੍ਹਾ ਆਈ ਥਿੰਕ ਗੁਰੂ ਅਮਰਦਾਸ ਪਾਤਸ਼ਾਹ ਦੇ ਹੈ ਕਿ ਬਾਣੀ ਨਿਰੰਕਾਰ ਹੈ, ਬਾਣੀ ਨਿਰੰਕਾਰ ਦਾ ਰੂਪ ਹੈ ਆਪਣਾ। ਸੋ ਉੱਥੇ ਕਿਉਂਕਿ ਉੱਥੇ ਸੰਬੋਧਨ ਵਿੱਚ ਆਇਆ ਹੈ ਨਾਨਕ ਮੁਕਤਾ ਜਿਹੜਾ ਹੈ, ਹੇ ਨਾਨਕ, ਐਜ਼ ਅਪੋਜ਼ ਟੂ ਨਾਨਕ ਦਾ ਕੱਕਾ ਜਦੋਂ ਔਂਕੜ ਲੱਗੇਗਾ ਜਦੋਂ ਉੱਥੇ ਫਿਰ ਨਾਨਕ is stating an opinion there. Nanak is saying something, you know. It's like his, again, I think this is the way, you know, or it's my thought process here. तो नानक जी तो कक्के नु सिहारी वाला नानक वो थोड़ा औखा है समझना. Maybe when I come there next time when I'm at KCF, then we can talk more about that Nanak. I hope it got a little bit cleared up, you know, Todi question. If not, then when I'm there in person next week, I can talk to you in person. Any other questions? No questions. Okay. Both time. Okay, 11:48. Okay, I'm done. Wajji Khalsa, Wajji Ki Fateh. Everybody will see you. Everybody next week. Thank you.